ਸੋ ਆਪਣੇ ਨਾਲ ਇਸ ਵੇਲੇ ਨੈਬ ਭਾਟੀਆ ਸਾਹਿਬ ਵੀ ਫੋਨ ਲਾਈਨ ਦੇ ਉੱਪਰ ਜੁੜ ਚੁੱਕੇ ਨੇ। ਸੋ ਆਪਾਂ ਉਹਨਾਂ ਦੇ ਵਿਚਾਰ ਵੀ ਸੁਣਦੇ ਹਾਂ, ਪੁੱਛਦੇ ਹਾਂ ਉਹਨਾਂ ਦੇ ਕੋਲੋਂ ਕਿ ਉਹਨਾਂ ਦੀ ਮਨੋਦਸ਼ਾ ਕੀ ਹੈ, ਜਦੋਂ ਅਵਾਰਡ ਰਿਸੀਵ ਕਰਨ ਤੋਂ ਪਹਿਲਾਂ ਕਿਵੇਂ ਸੋਚ ਰਹੇ ਸੀ ਤੇ ਹੁਣ ਵਾਪਸ ਕਰਨ ਤੋਂ ਬਾਅਦ ਉਹ ਕਿਵੇਂ ਸੋਚਦੇ ਆ, ਜਾਂ ਇਹ ਸਾਰੀ ਗੱਲਬਾਤ ਨੂੰ ਉਹਨਾਂ ਦਾ ਪਰਸਪੈਕਟਿਵ ਕੀ ਹੈ। ਭਾਟੀਆ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਰਜਿੰਦਰ ਗਿੱਲ ਸ਼ੋਅ 'ਚ। ਜੀ ਆਇਆਂ ਨੂੰ। ਸਭ ਨੂੰ ਮੇਰੀ ਬੜੀ ਡੂੰਘੀ ਫਤਿਹ। ਸਭ ਵੀਰ ਜਿਹੜੇ ਇੰਨੇ ਸਿਆਣੇ ਵੀਰ ਬੈਠੇ ਨੇ ਡਿਸਕਸ਼ਨ ਵਿੱਚ, ਸਭ ਨੂੰ ਮੇਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਇਸ ਵੇਲੇ ਹੈਰੀ ਧਾਲੀਵਾਲ ਸਾਹਿਬ, ਜਸਪਾਲ ਬੱਲ ਹੋਰੀ, ਗੁਰਸ਼ਰਨ, ਬੋਬੀ ਸਿੱਧੂ ਤੇ ਸਰਬਜੀਤ ਅਰੋੜਾ ਹੋਰੀ ਸਾਡੇ ਅੱਜ ਦੀ ਇਸ ਡਿਸਕਸ਼ਨ ਦੇ ਵਿੱਚ ਗੱਲਬਾਤ ਦੇ ਨਾਲ ਜੁੜੇ ਹੋਏ ਆ। ਭਾਟੀਆ ਸਾਹਿਬ, ਤੁਸੀਂ ਸ਼ਾਇਦ ਥੋੜ੍ਹੀ ਬਹੁਤੀ ਸਾਡੀ ਗੱਲਬਾਤ ਸੁਣੀ ਹੋਣੀ ਹੈ। ਤੁਹਾਡਾ ਪਹਿਲਾਂ ਤਾਂ ਓਪਨਿੰਗ ਰਿਮਾਰਕ ਸੀ, ਤੁਹਾਡੇ ਜਾਣਨੇ ਚਾਹਾਂਗੇ ਤੁਸੀਂ ਕਿੱਥੋਂ ਇਸ ਗੱਲਬਾਤ ਨੂੰ ਸ਼ੁਰੂ ਕਰੋਗੇ। ਦੇਖੋ ਵੀਰ ਜੀ, ਮੈਂ ਪਹਿਲਾਂ ਦੇ ਸਾਰੇ ਹੀ ਆਪਣੀ ਜਿਹੜੀ ਕਮਿਊਨਿਟੀ ਹੈ, ਖਾਸ ਤੌਰ ਤੇ ਜਿਨ੍ਹਾਂ ਨੇ ਮੈਨੂੰ ਕ੍ਰਿਟਿਸਾਈਜ਼ ਕੀਤਾ ਹੈ, ਬਹਿਸ ਕੀਤਾ ਹੈ, ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ, ਕਿਉਂਕਿ ਜਿਹਨੂੰ ਪਿਆਰ ਕਰਦੇ ਹੋ, ਜਿਸ ਤੁਹਾਡੇ ਇੱਕ ਪੈਨਲਿਸਟ ਨੇ ਕਿਹਾ, ਜਿਹਨੂੰ ਪਿਆਰ ਕਰਦੇ ਹੋ ਉਹਦੇ ਨਾਲ ਹੀ ਤੁਸੀਂ ਗੁੱਸਾ ਕਰ ਸਕਦੇ ਹੋ। ਹੋਰ ਮੈਨੂੰ ਹੈਰੀ ਧਾਲੀਵਾਲ ਜੀ ਨਾਲ ਵੀ ਮੇਰੀ ਸਾਂਝ ਇੱਕ ਤਰ੍ਹਾਂ ਦੀ ਪੁਰਾਣੀ ਹੈ ਇਨ ਏ ਵੇ, ਕਿਉਂਕਿ ਮੈਨੂੰ ਇਹਨਾਂ ਨੇ, ਹੈਰੀ ਧਾਲੀਵਾਲ ਜੀ, ਮੈਂ ਜਿਹੜੀ ਹੈ ਸਾਂਝੀ ਕਰਾਂ ਕਿ ਤੁਸੀਂ ਮੈਨੂੰ ਵਰਲਡ ਵਿਜ਼ਨ ਨਾਲ ਜੋੜਿਆ ਸੀ ਤੇ ਤੁਸੀਂ ਮੈਨੂੰ ਅਲਾਉਡ ਆ ਕਹਿਣਾ। ਐਬਸੋਲੂਟਲੀ, ਗॉड ਬਲੈਸ ਯੂ। ਯਾ ਹਾਂਜੀ, 4 ਸਾਲ ਪਹਿਲਾਂ ਮੈਨੂੰ ਹੈਰੀ ਧਾਲੀਵਾਲ ਜੀ ਨੇ ਇੱਕ ਆਰਗੇਨਾਈਜੇਸ਼ਨ, ਜਦੋਂ ਮੇਰੀ ਚੜ੍ਹਦੀ ਕਲਾ ਸੀ, ਮੈਨੂੰ 8-10 ਆਰਗੇਨਾਈਜੇਸ਼ਨਾਂ ਨੇ ਬੁਲਾਇਆ ਤੇ ਕਿਹਾ ਕਿ ਵੀ ਤੂੰ ਸਾਡਾ ਅੰਬੈਸਡਰ ਬਣ। ਉਹਨਾਂ ਵਿੱਚੋਂ ਇੱਕ ਆਰਗੇਨਾਈਜੇਸ਼ਨ ਸੀ ਕ੍ਰਿਸਚੀਅਨ ਆਰਗੇਨਾਈਜੇਸ਼ਨ, ਜਿਨ੍ਹਾਂ ਦਾ ਮੇਰਾ ਖਿਆਲ ਸੰਬੰਧ ਧਾਲੀਵਾਲ ਸਾਹਿਬ ਨਾਲ ਵੀ ਸੀ। ਉਹਨਾਂ ਦਾ ਨਾਂ ਹੈ ਵਰਲਡ ਵਿਜ਼ਨ, ਔਰ ਉਹ ਬਹੁਤ ਇੱਕ ਚੰਗੀ ਆਰਗੇਨਾਈਜੇਸ਼ਨ ਹੈ। ਉਸ ਵੇਲੇ ਉਹ ਕੋਸ਼ਿਸ਼ ਕਰ ਰਹੇ ਸਨ ਕਿ ਉਹ 40-50 ਹਜ਼ਾਰ ਮੇਰੇ ਖਿਆਲ ਹੈਰੀ ਧਾਲੀਵਾਲ ਜੀ ਇਕੱਠਾ ਕਰਕੇ ਕੁਝ ਵਾਸ਼ਰੂਮ ਬਣਾ ਸਕਣ ਫਰੀਦਕੋਟ ਵਿੱਚ। ਹਾਂਜੀ, ਤੇ ਉਹਨਾਂ ਨੂੰ ਉਹ ਪੈਸੇ ਇਕੱਠੇ ਨਹੀਂ ਹੋ ਰਹੇ ਸਨ। ਉਹਨਾਂ ਨੇ ਸਾਲ 1.5 ਸਾਲ ਉਹ ਪ੍ਰੋਜੈਕਟ ਕੀਤਾ ਤੇ ਉਹਨਾਂ ਕੋਲ $2-2.5 ਹਜ਼ਾਰ ਇਕੱਠਾ ਹੋਇਆ। ਤੇ ਮੈਨੂੰ ਉਹ ਪ੍ਰੋਜੈਕਟ, ਕਿਉਂਕਿ ਉਹ ਪ੍ਰੋਜੈਕਟ ਦਾ ਇੱਕ ਮੀਨਿੰਗ ਸੀ ਕਿ ਕੁੜੀਆਂ ਜਿਹੜੀਆਂ ਸਕੂਲੇ ਜਾਂਦੀਆਂ ਨੇ ਫਰੀਦਕੋਟ ਵਿੱਚ, ਉੱਥੇ ਵਾਸ਼ਰੂਮ ਨਹੀਂ ਨੇ। 11 ਸਾਲ ਤੱਕ ਉਹ ਆਪਣਾ ਸਕੂਲ ਜਾਂਦੀਆਂ ਨੇ, ਉਹਦੇ ਬਾਅਦ ਜਦੋਂ ਉਹਨਾਂ ਦੇ ਪੀਰੀਅਡ ਸ਼ੁਰੂ ਹੁੰਦੇ ਨੇ ਉਹ ਸਕੂਲ ਛੱਡ ਦਿੰਦੀਆਂ ਨੇ। ਫਿਰ 12-13 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋ ਜਾਂਦਾ ਹੈ। ਫਿਰ 14-15 ਸਾਲ ਦੀ ਉਮਰ ਵਿੱਚ ਉਹਨਾਂ ਦੇ 1-2 ਬੱਚੇ ਹੋ ਜਾਂਦੇ ਆ। ਤੇ ਮੈਨੂੰ ਮੌਕਾ ਵੀ ਮਿਲਿਆ ਉੱਥੇ ਜਾਣ ਦਾ, ਪਰ ਉਹ ਦਸੰਬਰ 4, 2016 ਵਿੱਚ ਮੈਂ ਉਹਨਾਂ ਦਾ ਅੰਬੈਸਡਰ ਬਣਿਆ ਜੀ। ਔਰ ਉਹਦੇ ਬਾਅਦ ਮੈਂ ਇੰਡੀਆ ਵੀ ਗਿਆ। ਅਸੀਂ ਪ੍ਰੋਜੈਕਟ ਜਿਹੜਾ ਗੁਰੂ ਦੀ ਕਿਰਪਾ ਨਾਲ, ਜਿਹੜਾ 50,000 ਦਾ ਪ੍ਰੋਜੈਕਟ ਸੀ, ਉਹ ਅਸੀਂ $3,20,000 ਲਗਾ ਕੇ ਅਸੀਂ 120 ਵਾਸ਼ਰੂਮ 35 ਸਕੂਲ ਫਰੀਦਕੋਟ ਵਿੱਚ ਬਣਾਏ। ਮੈਂ ਕਹਿੰਦੀ ਅਸੀਂ 5 ਸਕੂਲਾਂ ਵਿੱਚ ਨਹੀਂ ਬਣਾਉਣਾ, ਅਸੀਂ ਸਾਰੇ ਸਕੂਲਾਂ ਵਿੱਚ ਕਰਨਾ ਕਿ ਫਰੀਦਕੋਟ ਦੀਆਂ ਸਾਰੀਆਂ ਬੱਚੀਆਂ ਐਜੂਕੇਸ਼ਨ ਲੈ ਪਾਉਣ। ਕਿਉਂਕਿ ਮੈਂ ਬਹੁਤ ਇੰਪੋਰਟੈਂਟ ਹੈ ਮੇਰੀ ਜ਼ਿੰਦਗੀ ਵਿੱਚ ਕਿ ਜਿਹੜੀਆਂ ਕੁੜੀਆਂ ਨੇ, ਖਾਸ ਤੌਰ ਤੇ ਗਰੀਬੀ, ਮੈਂ ਸਮਝਦਾ ਵਾਂ ਇੱਕ ਸਭ ਨਾਲੋਂ ਵੱਡੀ ਬਿਮਾਰੀ ਜਿਹੜੀ ਹੈ ਦੁਨੀਆ ਦੀ, ਉਹ ਕੈਂਸਰ ਨਹੀਂ ਹੈ, ਉਹ ਆਰਥਰਾਈਟਿਸ ਨਹੀਂ ਹੈ, ਉਹ ਹਾਰਟ ਅਟੈਕ ਨਹੀਂ ਹੈ, ਉਹ ਮੈਂ ਸਮਝਦਾ ਗਰੀਬੀ ਹੈ। ਔਰ ਮੈਨੂੰ ਮੌਕਾ ਮਿਲਿਆ, ਮੈਂ ਉਹ ਫਰੀਦਕੋਟ ਗਿਆ ਤੇ ਹੁਣ ਮੈਂ ਇਹ ਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਫਰੀਦਕੋਟ ਦੇ ਸਕੂਲਾਂ ਵਿੱਚ ਅਸੀਂ ਕੁੜੀਆਂ ਵਾਸਤੇ ਵਾਸ਼ਰੂਮ ਬਣਾਏ ਨੇ। ਹੋਰ ਮੈਂ ਇਹ ਤੁਹਾਨੂੰ ਇਸ ਲਈ ਦੱਸ ਰਿਹਾ ਕਿ ਇਹ ਸੰਸਥਾ ਮੇਰੇ ਲਈ ਇੱਕ ਬੜੀ ਖਾਸ ਸੰਸਥਾ ਬਣ ਗਈ ਹੋਈ ਹੈ। ਔਰ ਹੈਰੀ ਧਾਲੀਵਾਲ ਜੀ ਨੂੰ ਬਹੁਤ ਪਤਾ ਹੈ ਕਿ ਮੈਂ ਇਹਨੂੰ ਬੜਾ ਦਿਲੋਂ ਇਹ ਪ੍ਰੋਜੈਕਟ ਨੂੰ ਕਰਨਾ ਵਾ। ਔਰ ਮੇਰਾ ਉੱਥੇ ਬੱਚਿਆਂ ਨੂੰ ਜਦੋਂ ਮੈਂ ਜਾ ਕੇ ਦੇਖਣਾ ਕਿ ਹੁਣ ਉਹ 11ਵੀਂ 12ਵੀਂ ਕਰ ਰਹੀਆਂ ਨੇ, ਔਰ ਗਰੀਬੀ ਉਹਨਾਂ ਦੀ ਦੂਰ ਤੱਕ ਹੀ ਹੋਏਗੀ ਜਦੋਂ ਉਹ 12ਵੀਂ ਦੇ ਬਾਅਦ ਕੋਈ ਜੌਬ ਕਰਨਗੀਆਂ ਜਾਂ ਯੂਨੀਵਰਸਿਟੀ ਜਾਣਗੀਆਂ। ਹੁਣ ਮੈਂ ਇਹ ਵਾਪਸ ਆਉਣਾ ਵਾ ਕਿ ਜਦੋਂ ਮੈਨੂੰ ਅਵਾਰਡ, ਇਹ ਮਾਰਚ ਵਿੱਚ ਕੋਵਿਡ ਦੇ, ਮੈਂ ਵੈਸੇ ਪੋਸਟ ਸਾਰਾ ਕਰ ਚੁੱਕਾ ਵਾਂ, 3 ਪੇਜ ਦਾ ਪੋਸਟ ਮੇਰੇ ਖਿਆਲ ਸਾਰੇ ਦੇਖ ਚੁੱਕੇ। ਔਰ ਜਿੱਦਾਂ ਮੈਂ ਕਿਹਾ ਕਿ ਮੈਂ ਪਹਿਲਾਂ ਦੇ ਜਿਨ੍ਹਾਂ ਨੇ ਮੈਨੂੰ ਬਹਿਸ ਕੀਤਾ ਜਾਂ ਕ੍ਰਿਟਿਸਾਈਜ਼ ਕੀਤਾ, ਮੈਂ ਉਹਨਾਂ ਦਾ ਜ਼ਿਆਦਾ ਧੰਨਵਾਦੀ ਹਾਂ ਦਿਲੋਂ। ਔਰ ਹੁਣ ਮੈਨੂੰ ਮਾਰਚ ਵਿੱਚ ਜਦੋਂ ਆਏ, ਮੈਨੂੰ ਇਹਨਾਂ ਨੇ ਇੰਨਾ ਹੀ ਕਿਹਾ ਕਿ ਵੀ ਅਸੀਂ ਤੈਨੂੰ ਅਵਾਰਡ ਦੇਣਾ, ਤੂੰ ਬੜਾ ਕਮਿਊਨਿਟੀ ਲਈ ਕੀਤਾ ਹੈ, ਤੂੰ ਵਰਲਡ ਵਾਈਡ ਤੂੰ ਨਾਮ ਉੱਚਾ ਕੀਤਾ ਹੈ, ਸਾਡੇ ਇੰਡੀਆ ਦਾ, ਸਾਡੀ ਸਿੱਖਾਂ ਦਾ, ਕਮਿਊਨਿਟੀ ਦਾ, ਸਾਰਿਆਂ ਦਾ ਤੂੰ ਨਾਮ ਵੱਡਾ ਕੀਤਾ ਹੈ। ਔਰ ਇਹਨਾਂ ਨੂੰ ਮਤਲਬ ਮੈਂ ਜਾਣਦਾ ਵੀ ਹਾਂ, ਮੇਰੇ ਇਹਨਾਂ ਵਿੱਚੋਂ ਕਈ ਬੰਦੇ ਨੂੰ ਜਾਣਦਾ, ਪਰ ਮੈਂ ਪੋਲੀਟੀਕਲੀ ਬਿਲਕੁਲ ਇਨਕਲਾਈਨਡ ਨਹੀਂ ਹਾਂ। ਮੈਨੂੰ ਪੋਲੀਟੀਕਲੀ ਮੈਂ ਜ਼ੀਰੋ ਹਾਂ। ਮੈਂ ਹੈਰੀ ਧਾਲੀਵਾਲ ਜੀ ਦੀ 100 ਨੰਬਰ ਵਿੱਚੋਂ 100 ਨੇ ਤੇ ਮੈਂ ਇੱਕ ਵੀ ਨਹੀਂ ਹਾਂ। ਇਹ ਤੁਸੀਂ ਸਾਰੇ ਵੀਰ, ਮੇਰਾ ਖਿਆਲ ਇਹ ਤੁਹਾਨੂੰ ਸਮਝਣਾ ਪਏਗਾ ਕਿ ਮੈਂ ਪੋਲੀਟੀਕਲੀ, ਤੇ ਮੈਨੂੰ ਉਹ ਆਏ
ਕਿ ਬਈ ਅਸੀਂ ਤੈਨੂੰ ਇਹ ਦੇਣਾ ਹੈ ਤੇ ਤੂੰ ਮੈਨੂੰ ਦੱਸ। ਮੈਂ ਕਿਹਾ ਦੇਖੋ ਮੈਨੂੰ ਤਾਂ ਚਾਹੀਦਾ ਨਹੀਂ, ਮੈਂ ਤੇ ਜਿਹੜੀਆਂ ਵੀ ਉਂਝ ਵੀ ਜਿਹੜੇ ਪੈਸੇ ਇਕੱਠੇ ਹੁੰਦੇ ਨੇ ਮੇਰੇ, ਮੈਂ ਤੇ ਫਾਊਂਡੇਸ਼ਨ ਵਿੱਚ ਜਾਂ ਬਾਸਕਟਬਾਲ ਕੋਰਟ ਬਣਵਾ ਦਿੰਦਾ ਵਾਂ ਜਾਂ ਮੈਂ ਕੁੜੀਆਂ ਨੂੰ ਵਰਲਡ ਵਿਜ਼ਨ ਤੇ ਭੇਜ ਦਿੰਦਾ ਵਾਂ। ਮੈਂ ਕਿਹਾ ਮੈਂ $1.5 ਲੱਖ ਹੁਣੇ ਦਿੱਤਾ ਹੈ, ਮਿਸਿਸ ਸਾਗਾ ਨੂੰ ਦਿੱਤਾ, ਉਸੇ ਵੇਲੇ ਮੈਂ ਦਿੱਤਾ ਹੀ ਸੀ 3 ਹਫ਼ਤੇ ਪਹਿਲਾਂ $1.5 ਲੱਖ। ਉੱਥੇ ਡੈਰੀ ਔਰ ਆਪਣਾ ਗੋਰ ਦੇ ਮੈਂ 4 ਬਾਸਕਟਬਾਲ ਕੋਰਟ ਬਣਾ ਰਹੇ ਹਾਂ ਮੈਕਡੋਨਲਡ ਦੇ ਸਾਹਮਣੇ, ਜਿਹੜੇ ਕਿ ਬਣ ਜਾਣੇ ਸਨ ਹੁਣ, ਪਰ ਹੁਣ ਇਸ ਵੇਲੇ ਉਹ ਕੋਵਿਡ ਕਰਕੇ ਅਗਲੇ ਸਾਲ ਬਣਨਗੇ। ਸੋ ਮੈਂ ਕਿਹਾ ਠੀਕ ਹੈ, ਤੁਸੀਂ ਉਹ $50,000 ਜਿਹੜਾ ਮੈਨੂੰ ਦੇਣਾ ਹੈ ਉਹ ਤੁਸੀਂ ਵਰਲਡ ਵਿਜ਼ਨ ਨੂੰ ਦੇ ਦੇਣਾ। ਤੇ ਮੈਨੂੰ ਹੋਇਆ ਕਿ ਚੱਲ ਯਾਰ ਮੇਰੇ ਕਈ ਸਕੂਲਾਂ ਵਿੱਚ ਨਾ ਬਾਥਰੂਮ ਬਣ ਗਏ ਤੇ ਗਰੀਬ ਬੱਚੀਆਂ ਜਾਣਗੀਆਂ, ਇਹਦੇ ਤੋਂ ਜ਼ਿਆਦਾ ਮੈਂ ਕੋਈ ਡਿਊ ਡਿਲੀਜੈਂਸ ਨਹੀਂ ਕੀਤੀ, ਕਿਉਂਕਿ ਇਹ ਸਾਰੇ ਜਿਹੜੇ ਨੇ ਬਿਜ਼ਨਸ ਲੋਕ ਨੇ ਔਰ ਮੈਨੂੰ ਨਹੀਂ ਪਤਾ ਕਿ ਮਤਲਬ ਕਿਸੇ ਦਾ ਕੀ ਏਜੰਡਾ ਹੁੰਦਾ। ਮੇਰਾ ਏਜੰਡਾ ਜੋ ਸੀ ਉਹ ਸੀ। ਪਰ ਜਦੋਂ ਮੈਂ ਅਵਾਰਡ ਦੇਖ ਰਿਹਾ ਸਾਂ, ਜਿਸ ਤਰ੍ਹਾਂ ਕਿ ਮੈਂ 1 ਮਿੰਟ ਹੀ ਲਾਂਗਾ ਸਿਰਫ ਕਿ ਉਹਦੇ ਬਾਅਦ ਮੈਂ ਸਾਰਾ ਕੁਝ ਲਿਖ ਦਿੱਤਾ ਹੈ ਤੇ ਮੈਂ ਕੁਝ ਕਹਾਂਗਾ ਲੋਕਾਂ ਨੂੰ ਕਿ ਨੈਬ ਭਾਟੀਆ ਸੁਪਰ ਫੈਨ ਫਾਊਂਡੇਸ਼ਨ ਪੇਜ ਤੇ ਜਾ ਕੇ ਦੇਖਣ ਔਰ ਸੁਪਰ ਫੈਨ ਪੇਜ ਤੇ ਜਾ ਕੇ ਦੇਖਣ ਤਾਂ ਉਹਨਾਂ ਨੂੰ ਸਾਰੀ ਡਿਟੇਲ ਮਿਲ ਜਾਏਗੀ। ਪਰ ਮੈਨੂੰ ਜਦੋਂ ਮਤਲਬ ਮੈਂ ਦੇਖ ਰਿਹਾ ਸਾਂ, ਉਹਦੇ ਬਾਅਦ ਜਦੋਂ ਮੈਨੂੰ ਕਾਲ ਆਉਣੇ ਸ਼ੁਰੂ ਹੋਏ ਔਰ ਉਹਨਾਂ ਵਿੱਚੋਂ ਵਨ ਆਫ ਦਾ ਫਰਸਟ ਕਾਲ ਵਾਜ਼ ਹੈਰੀ ਧਾਰੀਵਾਲ ਜੀ। ਔਰ ਮੈਨੂੰ ਇਹ ਪਤਾ ਕਿ ਮੈਂ ਹੈਰੀ ਧਾਰੀਵਾਲ ਨਾਲ ਬੇਸ਼ੱਕ 8 ਮਹੀਨੇ ਨਾਲ ਗੱਲ ਕਰਾਂ, 2 ਸਾਲ ਨਾਲ ਕਰਾਂ, ਜਦੋਂ ਉਹਨਾਂ ਦਾ ਫੋਨ ਆਉਂਦਾ ਮੈਂ ਜਵਾਬ ਜ਼ਰੂਰ ਦੇਣਾ ਉਸੇ ਵੇਲੇ, ਔਰ ਮੈਂ ਦਿੱਤਾ। ਮੈਂ ਆਪਣਾ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਸੀ, ਮੈਂ ਉਸ ਵੇਲੇ ਦਿੱਤਾ ਤੇ ਇਹਨਾਂ ਨਾਲ ਗੱਲ ਹੋਈ। ਮੈਂ ਕਿਹਾ ਠੀਕ ਹੈ, ਮੈਂ ਇਹਦੇ ਵਿਚਾਰ ਕਰ ਰਿਹਾ ਵਾਂ, ਕਿਉਂਕਿ ਮੈਨੂੰ ਕਈ ਚੀਜ਼ਾਂ ਦਾ ਹੋਰ ਸੋਸ਼ਲ ਮੀਡੀਆ ਦੇ ਪਤਾ ਹੋਣਾ ਸ਼ੁਰੂ ਹੋ ਗਿਆ। ਤੇ ਉਹਦੇ ਬਾਅਦ ਫਿਰ ਮੈਂ ਅਗਲੇ ਦਿਨ ਮੈਂ ਰਾਤ ਭਰ ਮਤਲਬ ਸੋਚਦਾ ਰਿਹਾ। ਉਹਦੇ ਬਾਅਦ ਅਗਲੇ ਦਿਨ ਮੈਂ ਜਦੋਂ ਉੱਠਿਆ ਤੇ ਮੈਂ ਹਰ ਇੱਕ ਕਈਆਂ ਨਾਲ ਹੋਰ ਗੱਲ ਕੀਤੀ ਔਰ ਬਾਕੀ ਮੈਂ ਆਪਣੇ ਜਿਹੜੇ ਨੇ ਵੀਰ ਨੇ CIF ਦੇ, ਉਹਨਾਂ ਨਾਲ ਵੀ ਮੈਂ ਫੇਸ ਟੂ ਫੇਸ 3 ਘੰਟੇ ਮੀਟਿੰਗ ਕੀਤੀ ਜੀ, ਕਿਉਂਕਿ ਮੈਂ ਜਾਣਨਾ ਚਾਹੁੰਦਾ ਸਾਂ ਕਿਸੇ ਦੇ ਰਾਹੀਂ ਨਹੀਂ, ਫੇਸ ਟੂ ਫੇਸ ਕਿ ਕੀ ਉਹਨਾਂ ਦੇ ਸਟੈਂਡ ਨੇ। ਔਰ ਬੇਸਡ ਔਨ ਦੈਟ ਮੈਂ ਫਿਰ ਉਹ ਅਵਾਰਡ ਵਾਪਿਸ ਕੀਤਾ ਔਰ ਮੈਂ ਮਤਲਬ ਬਾਕੀ ਸਾਰਾ ਇੱਕ ਲਿਖਤ ਰੂਪ ਵਿੱਚ ਮੇਰੀ ਉਹਦੇ ਉੱਤੇ ਪੇਜ ਉੱਤੇ ਲਿਖਿਆ। ਤੇ ਮੈਂ ਚਾਹਾਂਗਾ ਮੈਂ ਰਾਦਰ ਦੈਨ ਐਟ ਟਾਈਮ ਇਹ ਚੀਜ਼ਾਂ ਦੇ ਨਾ ਕਰੀਏ, ਕਿਉਂਕਿ ਜਿਹੜਾ ਮੁੱਦਾ ਹੈ ਇਸ ਵੇਲੇ ਫਾਰਮਰਸ ਦਾ, ਮੈਂ ਚਾਹੁੰਦਾ ਕਿ ਐਟ ਟਾਈਮ ਉਹ ਮੁੱਦੇ ਨੂੰ ਦਿੱਤਾ ਜਾਏ, ਕਿਉਂਕਿ ਸਾਡੇ ਬੜੇ ਭਰਾ ਜਿਹੜੇ ਕਿ ਨਹੀਂ ਕਿ ਸਿਰਫ ਪੰਜਾਬੀ ਫਾਰਮਰ, ਆਪਣਾ UP ਦੇ ਫਾਰਮਰ, ਹਰਿਆਣਾ ਦੇ ਫਾਰਮਰ, ਸਾਰੇ ਫਾਰਮਰ ਬੜੇ ਪੀੜਿਤ ਨੇ। ਔਰ ਮੈਂ ਚਾਹਾਂਗਾ ਕਿ ਅਸੀਂ ਉਹਨਾਂ ਬਾਰੇ ਜ਼ਿਆਦਾ ਗੱਲ ਕਰੀਏ, ਉਹਨਾਂ ਬਾਰੇ ਜ਼ਿਆਦਾ ਰੋਸ਼ਨੀ ਪਾਈਏ। ਇਹਦੇ ਬੇਸਿਕਲੀ ਤੁਸੀਂ ਸਾਰਿਆਂ ਨੇ ਗੱਲ ਕਰਕੇ ਸਮਝ ਹੀ ਗਏ ਹੋ, ਬੜੇ ਸਿਆਣੇ ਹੋ ਤੁਸੀਂ ਜਿਹੜੇ ਪੈਨਲ ਵਿੱਚ ਹੋ। ਮੈਂ ਮਾਫੀ ਚਾਹੁੰਦਾ ਮੈਂ ਕਿਸੇ ਨੂੰ ਦੁਖਾਇਆ ਹੋਏ ਕਿ ਮੈਂ ਡਿਊ ਡਿਲੀਜੈਂਸ ਪਹਿਲਾਂ ਨਹੀਂ ਕੀਤੀ। ਮੈਂ ਹੱਥ ਜੋੜ ਦੇ ਮਾਫੀ ਮੰਗਣਾ ਔਰ ਕੋਸ਼ਿਸ਼ ਕਰਾਂਗਾ ਕਿ ਅੱਗੇ ਜਦੋਂ ਵੀ ਕੋਈ ਅਵਾਰਡ ਮਿਲੇਗਾ ਉਹਨੂੰ ਮੈਂ 4-5 ਦਿਨ ਸਲਾਹਾਂ ਲੈ ਕੇ ਔਰ ਉਹ ਆਰਗੇਨਾਈਜੇਸ਼ਨ ਨੂੰ ਚੈੱਕ ਕਰਕੇ ਤੱਦੇ ਹਾਂ ਕਰਾਂਗਾ। ਰਾਈਟ। ਅੱਛਾ, ਇੱਥੇ ਧਾਲੀਵਾਲ ਸਾਹਿਬ ਤੁਹਾਡੇ ਤੋਂ ਮੈਂ ਬਹੁਤ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਹੀ ਮੈਂ ਕਮੈਂਟ ਚਾਹਾਂਗਾ, ਕਿਉਂਕਿ ਫਿਰ ਅਸੀਂ ਵਾਈਂਡ ਅਪ ਕਰਦੇ ਹਾਂ ਤਾਂ ਸਾਡੇ ਸਾਰੇ ਪੈਨਲਿਸਟ ਦੇ ਵਿਚਾਰ ਲਵਾਂਗੇ ਥੋੜੇ। ਹਾਂਜੀ, ਜਿਹੜੀਆਂ ਵੀ ਗੱਲਾਂ ਮੈਂ ਆਲਮੋਸਟ ਮੇਰੇ ਅੱਖਾਂ ਦੇ ਵਿੱਚ ਆਂਸੂ ਨੇ, ਕਿਉਂਕਿ ਜਿਹੜੇ ਹਿਸਾਬ ਨਾਲ ਸਾਰੀ ਉਹਨਾਂ ਨੇ ਗੱਲ ਕਹੀ ਹੈ, ਐਂਡ ਇਸ ਗੱਲ ਤੋਂ ਪਤਾ ਲੱਗ ਜਾਂਦਾ ਹੈ ਵੀ ਨੈਬ ਭਾਟੀਆ ਇਜ਼ ਅ ਕਲਾਸ ਐਕਟ, ਹੈ ਨਾ। ਸੋ ਹੀ ਇਜ਼ connected with the sentiment of the people. He was not aware of the other issue, and as soon as he got aware, then he did whatever. The World Vision ਦੀ ਤੁਹਾਨੂੰ ਮੈਂ ਗੱਲ ਦੱਸਦਾ, ਜਿਹੜੇ ਸਾਰੇ ਉਸ ਰਾਈਜ਼ ਅਪ ਦ ਡਾਟਰਸ ਆਫ ਇੰਡੀਆ, ਤੇ ਉੱਥੇ 6 ਕਰੋੜ ਬੱਚੀਆਂ ਜਿਹੜੀਆਂ ਸਕੂਲ ਛੱਡ ਦਿੰਦੀਆਂ ਨੇ, ਤੇ ਉਹ ਇਹਨਾਂ ਨੇ ਮੇਰੇ ਕਹਿਣ ਦੇ ਉੱਤੇ ਜਾਂ ਮੇਰੇ ਐਡਵਾਈਸ ਦੇ ਉੱਤੇ ਜਾਂ ਕਿਵੇਂ ਇਹਨਾਂ ਨੇ ਉਸ ਪ੍ਰੋਗਰਾਮ ਵਿੱਚ ਜਾਨ ਪਾਈ ਆ। ਦੇ ਵਰ ਸਟਰਗਲਿੰਗ ਟੂ ਡੂ ਦਿਸ। ਮੈਂ ਉਸ ਵਕਤ ਵਰਲਡ ਵਾਈਡ ਜਿਹੜੀ ਉਹਨਾਂ ਦੀ ਕਾਉਂਸਲ ਸੀ ਉਹਦਾ ਐਂਬੈਸਡਰ ਸੀਗਾ ਇੰਡੀਆ ਦਾ, ਹੈ ਨਾ। ਤੇ ਮੈਂ ਉੱਥੇ 3 ਸਾਲ ਰਿਹਾ ਤੇ ਬਹੁਤ ਵਧੀਆ ਜਿਹੜਾ ਇਹ ਉਹਨਾਂ ਨੇ ਕੰਮ ਕੀਤਾ ਤੇ ਸਾਡਾ ਬਹੁਤ ਵੱਡਾ ਮਾਣ ਕੀਤਾ ਉਸ ਆਰਗੇਨਾਈਜੇਸ਼ਨ ਦੇ, ਜਿਹੜੀ ਕਿ ਵਰਲਡ ਵਾਈਡ ਆਰਗੇਨਾਈਜੇਸ਼ਨ ਹੈ। ਤੇ ਮੈਂ ਵੀ ਉਹ ਐਡਵਾਈਸ ਜਿਹੜੀ ਦਿੱਤੀ ਸੀ ਵੀ ਕਿੱਥੇ ਕਰਨਾ ਚਾਹੀਦਾ, ਕਿੱਥੇ। ਮੈਂ ਇਹਨਾਂ ਨੂੰ ਕਿਹਾ ਸੀ ਜਿਹੜਾ ਮੋਸਟਲੀ ਫਿਰੋਜ਼ਪੁਰ, ਫਰੀਦਕੋਟ ਜਿਹੜਾ ਬਾਰਡਰ ਸਟੇਟ ਆ, ਉਹ ਬਹੁਤ ਸਟਰਗਲ ਕਰ ਰਿਹਾ ਹੈਗਾ ਇਹ ਚੀਜ਼ਾਂ ਦੇ ਵਿੱਚ, ਤੇ ਉਹ ਇਸ ਤਰ੍ਹਾਂ ਕਰ ਰਹੇ ਤੇ ਵੀ ਆਰ ਕਨੈਕਟਡ। ਸਾਰੇ ਪੰਜਾਬੀ ਨੇ ਨਾ, ਜਾਨੀ ਸਾਡਾ ਤਾਂ ਇਹ ਹੈ ਵੀ ਅਸੀਂ ਜਿਹੜਾ ਵਰਲਡ ਵਾਈਡ ਜਿੱਥੇ ਵੀ ਕੋਈ ਬੰਦਾ ਬੈਠਾ ਉਹਨੂੰ ਇਹੋ ਜਿਹਾ ਵਾਤਾਵਰਨ ਦੇਈਏ ਕਿ ਉਹ ਆਪਣਾ ਜ਼ਿੰਦਗੀ ਦਾ ਪੋਟੈਂਸ਼ੀਅਲ ਜਿਹੜਾ ਹੈਗਾ ਫੁੱਲੀ ਰਿਅਲਾਈਜ਼ ਕਰੇ, ਜਿਹੜੀਆਂ ਗਿਵਨ ਰਿਸੋਰਸਿਸ, ਗਿਵਨ ਐਫਰਟ ਨੂੰ ਸਾਰਾ ਧਿਆਨ ਚ ਰੱਖਦੇ ਹੋਏ। ਐਂਡ ਆਈ ਫਰੋਮ ਵੈਰੀ ਡੀਪੈਸਟ ਪਾਰਟ ਆਫ ਮਾਈ ਹਾਰਟ and on behalf of my friends and family and all the stuff, I really appreciate the way Nav brother has handled this. It has made him bigger, and ਜਿਵੇਂ ਪਹਿਲਾਂ ਬੌਬੀ ਨੇ ਕਿਹਾ ਸੀ,
ਜਿਹੜਾ ਅਵਾਰਡ ਲੈਣਾ ਤਾਂ ਇੱਕ ਅੱਧਾ ਕਿਤੇ ਸਾਲ ਬਾਅਦ ਲੋਕ ਯਾਦ ਰੱਖਦੇ ਆ, ਜਿਹੜਾ ਦੇਣਾ ਨਾ ਇਹ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ। ਬਲ ਸਾਹਿਬ ਤੁਹਾਡੇ ਤੋਂ ਆਉਣਾ ਮੈਂ, ਮੈਨੂੰ ਪਤਾ ਤੁਸੀਂ ਫਿਰ ਥੋੜਾ ਬਿਜ਼ੀ ਹੋ ਜਾਣਾ, ਤੁਹਾਨੂੰ ਫਿਰ ਤੁਹਾਡੇ ਕਮੈਂਟ ਲੈ ਕੇ ਤਾਂ ਆਪਾਂ ਤੁਹਾਡੇ ਤੋਂ ਇਜਾਜ਼ਤ ਲੈ ਲਾਂਗੇ। ਤੇ ਤੁਸੀਂ ਕਿਵੇਂ ਅਬਜ਼ਰਵ ਕੀਤਾ ਜਿਹੜੀ ਭਾਟੀਆ ਸਾਹਿਬ ਨੇ ਹੁਣ ਗੱਲ ਕੀਤੀ ਹੈ, ਜਾਂ ਫਿਰ ਉਹਨਾਂ ਦੇ ਵੱਲੋਂ ਅਫੀਸ਼ੀਅਲ ਤੌਰ ਦੇ ਉੱਤੇ ਇੱਕ ਪ੍ਰੈਸ ਰਿਲੀਜ਼ ਦੇ ਰੂਪ ਦੇ ਵਿੱਚ ਆਪਣਾ ਸਾਰਾ ਮੈਸੇਜ ਜਿਹੜਾ ਜੀ ਉਹ ਪਬਲਿਸ਼ ਕੀਤਾ ਗਿਆ, ਔਰ ਸੇਮ ਵੇ ਜਿਹੜੀ ਉਹਨਾਂ ਨੇ ਹੁਣ ਇਸ ਵੇਲੇ ਵੀ ਗੱਲ ਕੀਤੀ ਹੈ ਕਿ ਕਈ ਵਾਰ ਉਹ ਵਾਕਈ ਇਸ ਗੱਲ ਦੇ ਲਈ ਇਹਦੀ ਜੱਜਮੈਂਟ ਕਰਨ 'ਚ ਸ਼ਾਇਦ ਕਿਤੇ ਨਾ ਕਿਤੇ ਮਿਸਟੇਕ ਕਰ ਗਿਆ, ਤੁਸੀਂ ਕਿਵੇਂ ਸੋਚਦੇ ਹੋ? ਨਹੀਂ ਦੇਖੋ ਹਰਜਿੰਦਰ ਭਾਈ ਨਵਦੀਪ ਹੋਣਾ ਦੀ ਸੁਭਾਅ ਤੇ ਜੋ ਉਹਨਾਂ ਦੀ ਸ਼ਖਸੀਅਤ ਆ ਉਹਦੇ ਵਿੱਚ ਹਮੇਸ਼ਾ ਹਲੀਮੀ ਦੀ ਝਲਕ ਵੇਖਣ ਨੂੰ ਮਿਲੀ ਆ, ਤੇ ਬੜਾ ਨਿੱਘੀ ਸ਼ਖਸੀਅਤ ਦੇ ਮਾਲਕ ਹਨ, ਜਿਸ ਕਰਕੇ ਆਪਣਤ ਸਮਝਦੇ ਹੋਏ ਜਦੋਂ ਮੈਂ ਪਹਿਲਾ ਟਵੀਟ ਵੀ ਕੀਤਾ ਨਾ ਇਸ ਮੁੱਦੇ ਦੇ ਉੱਤੇ, ਮੈਂ ਇਹੀ ਕਿਹਾ, ਮੈਂ ਕਿਹਾ ਵੀ ਅਵਾਰਡ ਲੈਣਾ ਜਾਂ ਨਹੀਂ ਲੈਣਾ ਇਹ ਭਾਟੀਆ ਸਾਹਿਬ ਦਾ ਆਪਣੀ ਮਰਜ਼ੀ ਹੈ, ਪਰ ਮੈਂ ਇੱਕ ਭਾਈਚਾਰੇ ਦਾ ਅੰਗ ਸਮਝਦਾ ਹੋਇਆ ਉਹਨਾਂ ਦੇ ਧਿਆਨ ਦੇ ਵਿੱਚ ਇਹ ਲਿਆਉਣਾ ਚਾਹੁੰਦਾ ਵੀ ਵੀਰ ਜੀ ਜਿਹੜੀ ਸੰਸਥਾ ਤੁਹਾਨੂੰ ਸਨਮਾਨ ਦੇਣ ਜਾ ਰਹੀ ਹੈ ਉਹਦੀ ਬੈਕਗਰਾਉਂਡ ਆਹ ਆ। ਉਸ ਤੋਂ ਬਾਅਦ ਫਿਰ ਮੈਂ ਅਗਲਾ ਵਾਸਤਾ ਇਹ ਵੀ ਪਾਇਆ ਵੀ ਜੱਸਾ ਸਿੰਘ ਰਾਮਗੜੀਆ ਦਾ ਹਵਾਲਾ ਦਿੰਦਾ ਹੋਏ 1748 ਦੇ ਸਿੱਖ ਇਤਿਹਾਸ ਦਾ ਅਦੀਨਾ ਬਾਗ ਨੇ ਉਹਨੂੰ ਜੱਸਾ ਸਿੰਘ ਰਾਮਗੜੀਆ ਨੂੰ ਰਸਾਲਦਾਰ ਵੀ ਬਣਾਇਆ ਸੀ, ਪਰ ਜਦੋਂ ਆਪਣੀ ਕੌਮ ਤੇ ਭਾਰ ਪੈਂਦੀ ਦੇਖੀ ਵੀ ਅਦੀਨਾ ਬੇਗ ਵਰਤ ਰਿਹਾ ਹੈ ਜੱਸਾ ਸਿੰਘ ਰਾਮਗੜੀਆ ਨੂੰ, ਤੇ ਉਹਨਾਂ ਨੇ ਫਿਰ ਜੱਸਾ ਸਿੰਘ ਰਾਮਗੜੀਆ ਦੇ ਭਾਈਚਾਰੇ ਦੇ ਨਾਲ ਖੜੋਗੇ। ਤੇ ਮੈਂ ਭਾਟੀਆ ਸਾਹਿਬ ਨੂੰ ਸਲੂਟ ਕਰਦਾ, ਉਹਨਾਂ ਦੇ ਜਿਹੜੀ ਉਹਨਾਂ ਨੇ ਨੋਟ ਵੀ ਲਿਖਿਆ ਉਹਦੇ ਵਿੱਚ ਵੀ ਬਾਅਦ ਵਿੱਚ ਲਿਖਿਆ, ਮੈਂ ਕਿਹਾ ਵੀ ਭਾਟੀਆ ਸਾਹਿਬ ਜਿਹੜਾ ਤੁਹਾਡਾ ਨੋਟ ਹੈ ਨਾ ਇਹਦੇ ਵਿੱਚੋਂ ਤੁਹਾਡੇ ਪਰਿਵਾਰ ਵੱਲੋਂ ਜੋ ਤੁਹਾਨੂੰ ਵੈਲਿਊਜ਼ ਮਿਲੀਆਂ ਉਹਦੀ ਪੂਰੀ ਝਲਕ ਸਾਹਮਣੇ ਆਉਂਦੀ ਹੈ। ਤੇ ਅੱਜ ਦੀ ਆ ਗੱਲਬਾਤ ਦਾ ਵੀ ਜਿਹੜਾ ਭਾਈ ਦਾ ਅੰਦਾਜ਼ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਸਾਹਮਣੇ ਰੱਖਦਾ ਵੀ ਕੋਈ ਇਹਦੇ ਵਿੱਚ ਕੋਈ ਲਖੋਸ਼ ਵਾਲੀ ਗੱਲ ਨਹੀਂ, ਮੈਨੂੰ ਵੀ ਇਹ ਪਤਾ ਸੀਗਾ, ਮੈਨੂੰ ਇਹ ਅਹਿਸਾਸ ਸੀਗਾ ਵੀ ਭਾਟੀਆ ਸਾਹਿਬ ਇਹੋ ਜਿਹੇ ਵਿਅਕਤੀ ਨਹੀਂ ਜਿਹੜੇ ਕੋਈ ਸਿਆਸੀ ਰਮਜਾਂ ਨੂੰ ਸਮਝ ਸਕਣ, ਤੇ ਮੈਂ ਉਹਨਾਂ ਨੂੰ ਆਪਣੇ ਸਮਝਦੇ ਹੋਏ ਫਿਰ ਇਸ ਕਰਕੇ ਇਹ ਸਟੈਂਡ ਲਿਆ ਸੀਗਾ ਵੀ ਆਪਾਂ ਨੂੰ ਥੋੜਾ ਜਿਹਾ ਅਸਲੀਅਤ ਜਾਣ ਲੈਣੀ ਚਾਹੀਦੀ ਆ। ਉਹ ਵੱਖਰੀ ਗੱਲ ਆ ਵੀ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਹਰਜਿੰਦਰ ਜੀ ਕੋਈ ਟੋਟਲ ਕੰਟਰੋਲ ਨਹੀਂ, ਹਰ ਇੱਕ ਦੀ ਆਪੋ ਆਪਣੀ ਬੋਲੀ ਆ। ਕੁਛ ਲੋਕਾਂ ਨੇ ਜਿਹੜੇ ਖਰਵੇਂ ਸ਼ਬਦ ਵਰਤੇ ਜਾਂ ਮੰਦੀ ਸ਼ਬਦਾਵਲੀ ਵਰਤੀ, ਉਹ ਮਾੜੀ ਗੱਲ ਹੈ, ਕਿਉਂਕਿ ਮੈਂ ਹਮੇਸ਼ਾ ਇਸ ਗੱਲ ਦਾ ਮੁਰੀਦ ਰਿਹਾ ਹਾਂ ਵੀ ਜਿਹੜੀ ਤੁਸੀਂ ਆਪਣੀ ਗੱਲ ਰੱਖਣੀ ਹੈ ਇਸ ਦਲੀਲ ਦੇ ਨਾਲ ਤੇ ਰਿਸਪੈਕਟੇਬਲ ਤਰੀਕੇ ਨਾਲ ਰੱਖੋ ਕਿ ਤੁਹਾਡਾ ਸਖਤ ਤੋਂ ਸਖਤ ਵਿਰੋਧੀ ਵੀ ਤੁਹਾਡੇ ਤੋਂ ਕਾਇਲ ਹੋ ਜਾਵੇ ਵੀ ਹਾਂ ਜੇ ਬੰਦਾ ਗੱਲ ਕਰਦਾ ਦਲੀਲ ਦੇ ਨਾਲ ਗੱਲ ਕਰਦਾ, ਰਿਸਪੈਕਟੇਬਲ ਤਰੀਕੇ ਨਾਲ ਕਰਦਾ ਹੈ। ਕਿਉਂਕਿ ਇਹ ਜਿਹੜਾ ਸਮਾਜ ਹੈ ਨਾ ਜੀ, ਵਿਕਸਿਤ ਸਮਾਜ ਦੇ ਆਪਾਂ ਆ ਗਏ, ਤੇ ਇੱਥੇ ਆ ਕੇ ਵੀ ਜੇ ਆਪਾਂ ਇਹੋ ਜਿਹੀ ਸ਼ਬਦਾਵਲੀ ਵਰਤਣੀ ਆ, ਦੇਖੋ ਜੇ ਆਪਾਂ ਲੈਟਸ ਵੋਸ ਕੇ ਸਿਨੈਰੀਓ ਲੈ ਵੀ ਲਈਏ, ਜੇ ਭਾਟੀਆ ਸਾਹਿਬ ਨਹੀਂ ਵੀ ਇਹ ਮੋੜਦੇ ਤੇ ਮੈਂ ਕੀ ਉਹਨਾਂ ਦੀ ਲੱਤ ਬਾਂਹ ਤੋੜ ਲੈਣੀ ਸੀਗੀ, ਪਰ ਘੱਟੋ ਘੱਟ ਮੈਂ ਆਪਣੀ ਸੋਚ ਦਾ ਪ੍ਰਗਟਾਵਾ ਕਰਤਾ ਅੱਗੋਂ ਇਹਨਾਂ ਦੀ ਆ। ਪਰ ਮੈਨੂੰ ਪਤਾ ਸੀ ਵੀ ਇਹਨਾਂ ਦੇ ਅੰਦਰ ਜੋ ਚਿੰਨ ਗਿਆ ਨਾ ਭਾਟੀਆ ਸਾਹਿਬ ਨੂੰ, ਜਦੋਂ ਅਸਲੀਅਤ ਪਤਾ ਲੱਗ ਗਈ ਤੇ ਭਾਜੀ ਨੇ ਅਸਲੀਅਤ ਦੇ ਪਾਸੇ ਖੜ ਜਾਣਾ ਹੈ। ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਆਪਣੇ ਵੱਲੋਂ, ਜਿੰਨੇ ਵੀ ਮੇਰੇ ਸੰਗੀ ਸਾਥੀ ਜਿਨ੍ਹਾਂ ਦੇ ਨਾਲ ਮੈਂ ਕੁਝ ਨੌਜਵਾਨਾਂ ਨਾਲ ਵਿਚਰਦਾ ਹਾਂ, ਜੇ ਕੰਮ ਕਰਨ ਦਾ ਮੌਕਾ ਮਿਲਿਆ, ਵਾਕਈ ਉਹਨਾਂ ਨੇ ਭਾਜੀ ਦਾ ਜਿਹੜਾ ਕੱਦ ਹੈ ਨਾ ਸਾਡੇ ਮਨਾਂ ਦੇ ਵਿੱਚ ਸਤਿਕਾਰ ਅੱਗੇ ਨਾਲੋਂ ਵੀ ਕਈ ਗੁਣਾ ਵੱਧ ਕੇ ਜੀ। ਮੈਂ ਇੱਥੇ ਕੀ ਕਹਿਣੀ ਚਾਹਾਂਗਾ, ਮੈਨੂੰ ਜਿਹਦੀ ਮੌਕਾ ਦਿਓ। ਹਾਂਜੀ ਸਰ, ਗੋ ਹੈਡ ਪਲੀਜ਼। ਬਲ ਸਾਹਿਬ ਤੁਸੀਂ 1-2 ਮਿੰਟ ਰੁਕ ਸਕਦੇ ਆ ਨਾ ਜੀ? ਕੋਈ ਨਹੀਂ ਹੈ ਜੀ, ਮੇਰੇ ਕੋਲ 10 ਮਿੰਟ ਹੈਗੇ ਜੀ। ਠੀਕ ਹੈ ਜੀ ਭਾਟੀਆ ਸਾਹਿਬ। ਮੈਨੂੰ ਜਦੋਂ ਕੋਈ ਵੀ ਚੀਜ਼ ਮਿਲਦਾ ਹੈ, ਇਨਾਮ ਮਿਲਦਾ ਹੈ, ਅਵਾਰਡ ਮਿਲਦਾ ਹੈ, ਮੈਂ ਆਪਣੀ ਕਮਿਊਨਿਟੀ ਦੇ ਸਿਰ ਤੇ ਲੈਂਦਾ ਵਾਂ। ਮੈਨੂੰ ਜਦੋਂ ਦੇਖੋ ਮੇਰਾ ਇੱਕ ਸਿੱਖ ਹੋਣ ਦੇ ਨਾਤੇ ਦੁਨੀਆ ਵਿੱਚ ਪਹਿਲੀ ਵਾਰ ਪਿਛਲੇ ਸਾਲ ਜਦੋਂ ਰੈਪਟਰ ਚੈਂਪੀਅਨ ਬਣੇ ਨੇ, ਅੱਜ ਤੱਕ ਹਿਸਟਰੀ ਵਿੱਚ ਮੈਨੂੰ ਇਹ ਇੱਕ ਗੋਰੇ ਰਿਪੋਰਟਰ ਨੇ 2 ਮਹੀਨੇ ਪਹਿਲਾਂ ਆ ਕੇ ਮੈਨੂੰ ਬੈਠਾ, ਮੈਨੂੰ ਕਹਿੰਦਾ ਸੁਪਰ ਫੈਨ ਯੂ ਨੋ ਵਟ ਯੂ ਹੈਵ ਡਨ। ਮੈਂ ਕਿਹਾ ਦੱਸ ਬਾਈ ਕੀ ਹੈ? ਕਹਿੰਦਾ ਕੋਵਿਡ ਔਰ ਨੋ ਕੋਵਿਡ ਬਟ ਯੂ ਹੈਵ ਡਨ ਵਿਚ ਨੋਬਡੀ ਐਲਸ ਇਨ ਦਾ ਵਰਲਡ ਪਲੈਨਟ ਹੈਜ਼ ਡਨ ਐਜ਼ ਏ। ਮੈਂ ਕਿਹਾ ਕੀ ਕੀਤਾ? ਕਹਿੰਦਾ ਯੂ ਵਰ ਇਨ ਦਾ ਚੈਂਪੀਅਨਸ਼ਿਪ ਗੇਮ ਇਨ ਓਕਲੈਂਡ। ਮੈਂ ਕਿਹਾ ਯੈਸ। ਕਹਿੰਦਾ were you the grand marshal, a Sikh guy with turban and beard? Were you the grand marshal of the biggest sports parade ever in the history of any sports? 9 ਮਿਲੀਅਨ ਲੋਕਾਂ ਨੇ ਦੇਖੀ ਸੀ ਔਰ 2.5 ਮਿਲੀਅਨ ਦੇ ਸੜਕਾਂ ਦੇ ਸਨ। ਕਹਿੰਦਾ and you haven't played basketball ever. ਮੈਂ ਕਿਹਾ you are right. ਕਹਿੰਦਾ then you were blessed getting a ring, a player's ring in the history of any sports on this planet. Nobody, a non-sportsman, has gotten a player's ring who hasn't been a part of that game. You got that. It's not that it was $80,000. Oh, मैं जो ring ਲਈ ਹੈ, ਮੈਂ ਤਦ ਵੀ ਕਿਹਾ ਕਿ I'm taking it on behalf of all the fans
ਔਰ ਤੁਸੀਂ ਗੋਰੀਆਂ ਕਾਲੀਆਂ ਪੀਲੀਆਂ ਨੂੰ ਪੁੱਛ ਲਓ, ਮੈਂ ਉਹ ਰਿੰਗ ਹਾਲੇ ਵੀ ਜਾ ਕੇ ਬੱਚਿਆਂ ਨੂੰ ਪਵਾਉਣਾ ਵਾ, ਕਿਉਂਕਿ ਉਹ ਰਿੰਗ ਬੱਚਿਆਂ ਉਹ ਫੈਨਾਂ ਦੀ ਹੈ। ਮੈਂ ਉਹਨਾਂ ਨੂੰ ਉਤਸ਼ਾਹ ਦੇਣਾ ਚਾਹੁੰਦਾ। ਫਿਰ ਉਹਦੇ ਬਾਅਦ ਗੁਰੂ ਕਿਰਪਾ ਨਾਲ ਮੈਨੂੰ ਪਹਿਲੇ ਵਾਰ ਇੱਕ ਬੰਦੇ ਨੂੰ ਹਾਲ ਆਫ ਫੇਮ ਵਿੱਚ ਪਾਇਆ ਜਾ ਰਿਹਾ ਹੈ। 80 ਸਾਲਾਂ ਵਿੱਚ ਸਿਰਫ 350 ਬੰਦੇ ਨੇ ਪਲੇਅਰਸ ਜਿਨ੍ਹਾਂ ਨੂੰ ਪਾਇਆ ਗਿਆ ਹੈ। ਇਹ ਇੱਕ ਨਾਚੀਜ਼ ਨੂੰ ਪਾਇਆ ਜਾ ਰਿਹਾ ਪਹਿਲੀ ਵਾਰ। ਕਿਹੜੇ ਪਲੇਅਰਾਂ ਨਾਲ? ਕੋਬੀ ਬ੍ਰਾਇੰਟ, ਕੇਵਿਨ ਡੁਰਾਂਟ ਔਰ ਟਿਮ ਡੰਕਨ। ਇਹ ਪਤਾ ਕਿਉਂ ਇਹ ਸਭ ਕੁਝ ਹੋ ਰਿਹਾ? ਕਿਉਂਕਿ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਮੇਰੇ ਸਿਰ ਦੇ ਹੈ। ਜਦੋਂ ਮੈਂ ਉੱਥੇ ਅੱਗੇ ਬਹਿਨਾ ਵਾਂ, ਉਹ ਦਸਤਾਰ ਸਾਰੀ ਦੁਨੀਆ ਵਿੱਚ ਦਿਖਦੀ ਹੈ। ਮੈਨੂੰ ਮੈਸੇਜ ਆਏ ਨੇ ਕਈ, ਮਿਲਵਾਕੀ ਤੋਂ, ਅਮਰੀਕਾ ਤੋਂ, ਕਿ ਜਦੋਂ ਅਸੀਂ ਗੇਮ ਦੇ ਜਾਂਦੇ ਹਾਂ ਲੋਕੀ ਕਹਿੰਦੇ ਨੇ ਆਰ ਯੂ ਦਾ ਸੁਪਰ ਫੈਨ ਵਿਜ਼ਿਟਿੰਗ ਹੇਅਰ ਬਿਕੋਜ਼ ਆਈ ਲੁੱਕ ਲਾਈਕ। ਮੈਂ ਉਹ ਕਹਿੰਦਾ ਕਿ ਮੇਰੀ ਤੁਸੀਂ ਨਾ ਇੰਨੀ ਇੱਜ਼ਤ ਵੱਧ ਜਾਂਦੀ ਹੈ ਜਦੋਂ ਮੈਨੂੰ ਮੇਰਾ ਕੁਝ। ਸੋ ਵਟ ਆਮ ਟਰਾਈਂਗ ਟੂ ਸੇ ਇਜ਼, ਮੈਂ ਉਹ ਗੁਰਸਿੱਖੀ ਮੇਰੇ ਲਈ ਬੜੀ ਜ਼ਰੂਰੀ ਹੈ। ਤੁਸੀਂ ਜਿਹੜੀ ਮੈਂ ਨੋਟ ਲਿਖੀ ਹੈ ਉਹ ਨੋਟ ਵਿੱਚ ਪੜ੍ਹੋ। ਮੈਂ ਆਪਣੀ ਮਾਂ ਨੂੰ ਕੀ ਪ੍ਰਣ ਕੀਤਾ ਸੀ ਜਦੋਂ ਮੈਂ 16 ਸਾਲ ਦਾ ਸਾਂ ਜੀ, ਮੈਂ ਸਮੋਕ ਨਹੀਂ ਕਰਾਂਗਾ, ਮੈਂ ਡਰਿੰਕ ਨਹੀਂ ਕਰਾਂਗਾ, ਮੈਂ ਕੇਸ ਨਹੀਂ ਕਟਾਵਾਂਗਾ। ਮੈਂ ਜਦੋਂ ਇੱਥੇ ਆਇਆ ਮੈਂ 84 ਵਿੱਚ, ਮੈਨੂੰ ਪਹਿਲੇ ਦਿਨ ਹੀ ਲੋਕਾਂ ਨੇ ਕਿਹਾ ਪਾਕੀ ਹੈ ਤੂੰ, ਅੰਡਰਵੇਅਰ ਪਾਇਆ। ਲਾਸਟ ਈਅਰ ਮਿਲਵਾਕੀ ਵਿੱਚ ਤੁਹਾਡੇ ਸਾਰੇ ਲੋਕਾਂ ਨੂੰ ਪਤਾ ਹੋਏਗਾ, ਮਿਲਵਾਕੀ ਫੈਨ ਨੇ ਕਿਹਾ ਕਿ ਯਾਰ ਤੂੰ ਨਾ ਕੀ ਕਹਿੰਦੇ ਨੇ ਇਹਨੇ ਅੰਡਰਵੇਅਰ ਪਾਇਆ ਹੈ ਉੱਤੇ। ਔਰ ਸਾਰਾ ਬਾਸਕਟਬਾਲ ਦੀ ਦੁਨੀਆ ਉਹ ਬੰਦੇ ਨੂੰ ਮਾਰਨਾ ਚਾਹੁੰਦੀ ਸੀ ਕਿਉਂਕਿ ਉਹਨਾਂ ਨੂੰ ਪਤਾ ਹੈ ਸੁਪਰ ਫੈਨ ਸਰਦਾਰ ਹੈ, ਪਗੜੀ ਪਾਉਂਦਾ, ਦਸਤਾਰ ਪਾਉਂਦਾ ਹੈ। ਸੋ ਮੇਰੀ ਹਮੇਸ਼ਾ ਇੱਕ ਕੋਸ਼ਿਸ਼ ਰਹੀ ਹੈ। ਔਰ ਅਸੀਂ ਉਹ ਬੰਦੇ ਨਾਲ ਵੀ ਉਹਨੂੰ ਅਸੀਂ ਗੱਲ ਕੀਤੀ ਔਰ ਉਹਨੂੰ ਬੇਸਿਕਲੀ ਉਹਦੇ ਨਾਲ ਮੈਂ ਡਿਨਰ ਗਿਆ। ਉਹਨੂੰ ਸਿੱਖਾਂ ਦਾ ਸਭ ਨਾਲੋਂ ਵੱਡਾ ਪ੍ਰੇਮੀ ਹੈ ਮਿਲਵਾਕੀ ਵਿੱਚ। ਸੋ ਮੈਂ ਇਹ ਕਹਿ ਰਹੀ ਹਾਂ ਕਿ ਪਰ ਉਹ ਮੰਨਿਆ ਕਿ ਉਹਨੇ ਗਲਤ ਕੀਤਾ ਜੀ। ਗਲਤੀ ਮੰਨਣਾ ਬੜਾ ਜ਼ਰੂਰੀ ਹੈ ਕਿ ਹਾਂ ਅਸੀਂ ਗਲਤੀ ਕੀਤੀ। ਸੋ ਮੇਰੇ ਲਈ ਉਹ ਬੜਾ ਜ਼ਰੂਰੀ ਸੀ। ਸੋ ਮੈਂ ਆਪਣੀ ਕੌਮ ਦਾ, ਆਪਣੀ ਕਮਿਊਨਿਟੀ ਦਾ ਬੜਾ ਸ਼ੁਕਰਗੁਜ਼ਾਰ ਹਾਂ। ਔਰ ਮੈਂ ਕਹਿਣਾ ਚਾਹਾਂਗਾ ਜੋ ਵੀ ਅੱਜ ਮੈਂ ਹਾਂ, ਮਾੜਾ ਮੋਟਾ ਜੋ ਵੀ ਹਾਂ, ਬਿਜ਼ਨਸ ਵਿੱਚ ਹਾਂ ਜਾਂ ਆਪਣਾ ਪਬਲਿਕ ਲਾਈਫ ਵਿੱਚ ਜੋ ਵੀ ਹਾਂ, ਇਹ ਮੇਰੀ ਕਮਿਊਨਿਟੀ ਦਾ ਮੈਨੂੰ ਪਿਆਰ ਹੈ, ਉਹਨਾਂ ਦਾ ਹੱਥ ਹੈ ਮੇਰੇ ਨਾਲ। ਮੈਨੂੰ ਬਿਜ਼ਨਸ ਵਿੱਚ ਇੰਨਾ ਕੰਪੀਟੀਟਿਵ ਬਿਜ਼ਨਸ ਹੈ ਪਰ ਸਾਰੇ ਲੋਕੀ ਦੂਰੋਂ ਜਿਹੜੇ ਨੇ ਪੰਜਾਬੀ ਆਉਂਦੇ ਨੇ, ਸਿੱਖ ਆਉਂਦੇ ਨੇ, ਕਹਿੰਦੇ ਨੇ ਗੱਡੀ ਲੈਣੀ ਹੈ ਤੇ ਸੁਪਰ ਫੈਨ ਕੋਲ ਲੈਣੀ ਹੈ। ਸੋ ਦਿਸ ਇਜ਼ ਆਲ ਦਾ ਲਵ। ਔਰ ਮੈਂ ਆਪਣੀ ਕਮਿਊਨਿਟੀ ਨੂੰ ਕਿਸ ਤਰ੍ਹਾਂ ਪਿੱਛੇ ਕਰ ਸਕਦਾ, ਮੈਂ ਉਹਨਾਂ ਨੂੰ ਹਮੇਸ਼ਾ ਉਹਨਾਂ ਨੂੰ ਪ੍ਰਾਊਡ ਹੀ ਕਰ ਸਕਾਂਗਾ। ਤੇ ਮੈਂ ਬਹੁਤ ਇਸ ਲਈ ਮੈਂ ਕਹਿ ਰਿਹਾ ਵਾਂ ਕਿ ਲੋਕਾਂ ਨੇ ਮੈਨੂੰ ਜੋ ਕਿਹਾ ਵੇ, ਹੁਣ ਕਈ ਲੋਕ ਮਾਫੀ ਮੰਗ ਰਹੇ ਨੇ, ਮਾਫੀ ਨਾ ਮੰਗੋ ਵੀਰੋ, ਤੁਸੀਂ ਮੇਰੇ ਨਾਲ ਠੀਕ ਕੀਤਾ ਹੈ। ਔਰ ਮੈਂ ਸਭ ਦਾ ਸ਼ੁਕਰਗੁਜ਼ਾਰ ਹਾਂ। ਹੈਰੀ ਤਾਲਵਾਲ ਜੀ ਦਾ ਪਹਿਲ ਵਨ ਆਫ ਦਾ ਫਰਸਟ ਕਾਲ ਸੀ, ਬਟ ਯੂ ਹੈਵ ਗਿਵਨ ਮੀ ਦਾ ਗਾਈਡੈਂਸ ਕਿਉਂਕਿ ਮੈਂ ਪੋਲੀਟੀਕਲੀ ਨਿਲ ਹਾਂ, ਮੈਂ ਪੋਲੀਟੀਕਲੀ ਜ਼ੀਰੋ ਹਾਂ। ਰਾਈਟ। ਆਪਣੇ ਬੋਬੀ ਜੀ ਤੁਹਾਡੇ ਵੀ ਕਮੈਂਟ ਲੈ ਰਹੇ ਨੇ। ਤੇ ਇਸ ਤੋਂ ਪਹਿਲਾਂ ਕਿ ਮੈਨੂੰ ਪਤਾ ਕਿ ਬਲ ਸਾਹਿਬ ਨੇ ਇਸ ਵੇਲੇ 4:30 ਵਜੇ ਤੱਕ ਕਿਹਾ ਸੀ ਵੀ ਮੈਂ ਅਵੇਲੇਬਲ ਹੋਣਾ। ਸੋ ਬਲ ਸਾਹਿਬ ਤੁਸੀਂ ਕੁਇਕ ਕਮੈਂਟ ਦੇ ਦਿਓ ਤੇ ਫਿਰ ਮੈਂ ਤੁਹਾਡੇ ਤੋਂ ਇਜਾਜ਼ਤ ਲੈ ਲੈਣਾ ਜੀ। ਨਹੀਂ, ਮੈਂ ਤਾਂ ਨੈਬ ਪਾਰਟੀਆਂ ਨੂੰ ਕਹਿੰਦਾ ਵੀ ਜਿੱਦਾਂ ਵੀ ਇਹਨਾਂ ਦੀ ਹਲੀਮੀ ਆ, ਪਰ ਗੱਲ ਵੀ ਸਾਡੇ ਵੱਡੇ ਭਰਾ ਦਾ ਹੌਸਲਾ ਜਿੱਦਾਂ ਕਹ ਲਓ ਵੀ ਚਟਾਨ ਦੀ ਤਰ੍ਹਾਂ ਆ ਜੀ। ਇਹਨਾਂ ਦੀ ਇਸ ਦ੍ਰਿੜਤਾ ਦੇ ਨਾਲ ਸਾਨੂੰ ਹੋਰ ਹੌਸਲਾ ਮਿਲਦਾ ਹੈ ਕਿਉਂਕਿ ਸਾਨੂੰ ਇਹ ਸੀਗਾ ਵੀ ਜਿੱਥੇ ਸਾਡੇ ਭਰਾ ਦਾ ਇਮੇਜ ਪਹੁੰਚ ਚੁੱਕਾ ਹੈ ਨਾ ਜਿਹੜੀ ਜਗ੍ਹਾ ਤੇ ਆ, ਤੇ ਉਹਨੂੰ ਅਸੀਂ ਬਰਕਰਾਰ ਰੱਖਣਾ ਆ। ਜੇ ਅਸੀਂ ਉਹਨੂੰ ਹੋਰ ਜਿੱਦਾਂ ਕਹ ਲਓ ਵਧੀਆ ਨਹੀਂ ਕਰਨ 'ਚ ਯੋਗਦਾਨ ਪਾ ਸਕਦੇ, ਘੱਟੋ ਘੱਟ ਉਹ ਸਾਡਾ ਭਰਾ ਉਸ ਸਥਾਨ ਤੇ ਬਰਕਰਾਰ ਰਵੇ ਕਿਉਂਕਿ ਉਹ ਸਾਡੇ ਲਈ ਇੱਕ ਆਈਕਨ ਹਨ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ, ਸਮੁੱਚੇ ਮੇਨ ਸਟ੍ਰੀਮ ਕਮਿਊਨਿਟੀ ਦੇ ਲਈ ਇੱਕ ਆਈਕਨ ਹਨ। ਸਾਨੂੰ ਫਖਰ ਹੁੰਦਾ ਜਦੋਂ ਵੀ ਨਾ ਭਾਟੀਆ, ਜਦੋਂ ਇਹਨੇ ਜ਼ਿਕਰ ਕੀਤਾ ਵੀ ਪਰੇਡ ਮਾਰਸ਼ਲ ਬਣ ਕੇ ਅੱਗੇ ਜਦੋਂ ਗਏ, ਕਿਉਂਕਿ ਉਦੋਂ ਫਿਰ ਉੱਥੇ ਨਾ ਭਾਟੀਆ ਨਹੀਂ ਰਹਿ ਜਾਂਦਾ। ਉਹ ਸਾਨੂੰ ਹੁੰਦਾ ਵੀ ਇਹ ਸਾਡੀ ਕਮਿਊਨਿਟੀ ਚੱਲ ਰਹੀ ਹੈ ਅੱਗੇ। ਸਾਡੀ ਜਿਹੜੀ ਕੋਈ 110 ਸਾਲ ਦੀ ਸਾਡੇ ਬਜ਼ੁਰਗਾਂ ਦੀ ਮਿਹਨਤ, ਖਾਮਾਗਾਟਾ ਮਾਰੂ ਦਾ ਅਕਸਰ ਆਪਾਂ ਜ਼ਿਕਰ ਕਰਦੇ ਹਾਂ ਵੀ ਕਿਸ ਤਰ੍ਹਾਂ ਕੋਈ ਸਮਾਂ ਸੀਗਾ ਵੀ ਇੱਥੋਂ ਦੀਆਂ ਸਰਕਾਰਾਂ ਦੀ ਪਾਲਿਸੀ ਸੀ ਵੀ ਇਹਨਾਂ ਇੱਥੋਂ ਕੱਢ ਦਿੱਤਾ ਜਾਵੇ। ਤੇ ਅੱਜ ਕੈਨੇਡਾ ਦੀ ਚੈਂਪੀਅਨ ਟੀਮ ਨੂੰ, ਨਾਰਥ ਅਮਰੀਕਾ ਦੀ ਜਾਂ ਵਰਲਡ ਚੈਂਪੀਅਨ ਟੀਮ ਨੂੰ ਲੀਡ ਕਰ ਰਿਹਾ ਸੀ। ਸੋ ਸਾਡੇ ਲਈ ਇੱਕ ਬੜਾ ਫਖਰ ਵਾਲਾ ਮੌਕਾ ਸੀਗਾ ਉਹ। ਤੇ ਉਹ ਆਪਣਤ ਮਹਿਸੂਸ ਕਰਦੇ ਹੋਏ ਭਾਟੀਆ ਸਾਹਿਬ ਨੇ ਜ਼ਿਕਰ ਕੀਤਾ ਵੀ ਪੰਜਾਬੀ ਗੱਡੀਆਂ, ਮੈਂ ਵੀ ਦੇਖੋ ਦੱਸ ਦੇਣਾ ਭਾਟੀਆ ਸਾਹਿਬ ਨੂੰ ਦੱਸਿਆ ਨਾ ਪਤਾ ਹੋਵੇ, 2 ਗੱਡੀਆਂ ਜਦੋਂ ਮੈਂ ਲਈਆਂ ਨੇ ਜੀ, ਮੈਂ ਜਾ ਕੇ ਇਹਨਾਂ ਦੇ ਛੋਟੇ ਭਰਾ ਆ ਹਰਦੀਪ ਸਿੰਘ, ਬੜਾ ਮੇਰਾ ਉਹਨਾਂ ਦੇ ਨਾਲ ਸੁਨੇਹਾ, ਤੇ ਮੈਂ ਜਾ ਕੇ ਸਿੱਧਾ ਕਹਿਣਾ ਵੀ ਭਾਜੀ ਗੱਡੀ ਲੈਣੀ ਆ, ਤੁਸੀਂ ਜਿਹੜੀ ਦੱਸ ਦੂਗੇ ਉੱਥੇ ਦੱਸੋ ਸਾਈਨ ਕਿੱਥੇ ਕਰਨੇ ਆ ਜੀ। ਇਸ ਤਰ੍ਹਾਂ ਦਾ ਵਿਸ਼ਵਾਸ ਹੈ ਮੇਰਾ ਇਹਨਾਂ ਦੇ ਨਾਲ। ਭਾਜੀ ਆਪਣੇ ਬ੍ਰਦਰ ਨੂੰ ਪੁੱਛ ਸਕਦੇ ਹਨ। ਅੱਗੋਂ ਕਹਿਣਾ ਵੀ ਭਾਜੀ 2 ਸਾਲਾਂ ਨੂੰ ਇੱਕ ਹੋਰ ਗੱਡੀ ਚਾਹੀਦੀ ਹੈ, ਜਦੋਂ ਨਿਆਣੇ ਦੱਸੋਗੇ ਤੇ ਆ ਕੇ ਸਾਈਨ ਕਰਦੇ ਨੇ, ਦੱਸ ਦਿਓ ਕਿੱਥੇ ਸਾਈਨ ਕਰਨੇ ਜੀ। ਸਰ
ਸੋ ਬਹੁਤ ਮਿਹਰਬਾਨੀ ਬਾਲ ਸਾਹਿਬ ਤੁਹਾਡੇ ਤੋਂ। ਮੈਂ ਹੁਣ ਇਜਾਜ਼ਤ ਲੈ ਲੈਣਾ ਇੱਥੇ ਹੀ, ਤੇ ਅਸੀਂ ਰਿਮਾਈਂਡ ਅਪ ਕਰ ਦਿੰਦੇ ਹਾਂ 1 by 1 ਸਾਡੇ ਸਾਰੇ। ਹਾਂਜੀ ਸ਼ੁਕਰੀਆ ਸਰ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਬਾਬੂ ਜੀ ਤੁਹਾਡੇ ਕੋਲੋਂ ਕੁਇਕ ਕਮੈਂਟ ਲੈਣੇ ਚਾਹਾਂਗਾ ਕਿ ਜਿਹੜੀ ਇਹ ਸਾਰੀ ਗੱਲਬਾਤ ਹੈ, ਜਿੱਥੇ ਭਾਟੀਆ ਸਾਹਿਬ ਨੂੰ ਵੀ ਔਰ ਮੈਨੂੰ ਪਤਾ ਕਾਫੀ ਲੰਬੀ ਡਿਸਕਸ਼ਨ ਚੱਲ ਗਈ ਹੈ, ਔਰ ਸਾਰੇ ਸੁਹਿਰਦ ਦੇ ਸਾਡੇ ਜਿੰਨੇ ਵੀ ਪੈਨਲਿਸਟ ਨੇ, ਮੈਨੂੰ ਪਤਾ ਕਿ ਇਕੱਲੇ ਦੇ ਕੋਲ ਇੰਨੀ ਕੈਪੈਸਿਟੀ ਹੈ, ਜੇ 2-3 ਘੰਟੇ ਲਗਾਤਾਰ ਵੀ ਲੱਗੇ ਰਹੀਏ ਸਮਾਂ ਥੋੜਾ ਹੋਣਾ, ਪਰ ਅਸੀਂ ਹੁਣ ਬਰੀਫ ਕਰੀਏ ਆਪਣੀ ਗੱਲਬਾਤ ਨੂੰ। ਇੱਕ ਪੁਆਇੰਟ ਮੈਂ ਬਾਬੂ ਜੀ ਤੁਹਾਡਾ ਪੁੱਛਣਾ ਚਾਹਾਂਗਾ, ਕਿਤੇ ਅਸੀਂ ਇਹ ਸਾਰੀ ਗੱਲਬਾਤ ਦੇ ਵਿੱਚੋਂ ਕੱਲ ਨੂੰ ਕੋਈ ਇਸ ਤਰ੍ਹਾਂ ਦਾ ਇੰਪ੍ਰੈਸ਼ਨ ਤਾਂ ਨਹੀਂ ਸਾਹਮਣੇ ਆ ਜਾਏਗਾ ਕਿ ਅਸੀਂ ਇਸ ਤਰ੍ਹਾਂ ਕਰਕੇ ਭਾਟੀਆ ਸਾਹਿਬ ਦੇ ਜਿਹੜਾ ਇਹ ਅਵਾਰਡ ਵਾਪਸ ਕਰਨ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਰਿਫਟ, ਕਿਸੇ ਤਰ੍ਹਾਂ ਦੀ ਜਿਹੜੀ ਦੂਰੀ ਹੈ, ਕਿਸੇ ਤਰ੍ਹਾਂ ਦੇ ਜਿਹੜੀਆਂ ਗਲਤ ਫਹਿਮੀਆਂ ਨੇ ਉਹਨਾਂ ਨੂੰ ਵਧਾਉਣ ਵੱਲ ਨੂੰ ਸੱਦਾ ਤਾਂ ਨਹੀਂ ਦੇ ਦਿੱਤਾ ਗਿਆ? ਹਰਜਿੰਦਰ ਜੀ, ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਆ, ਮਾਣ ਵੀ ਆ ਕਿ ਭਾਟੀਆ ਸਾਹਿਬ ਨੇ ਜਿਹੜੀ ਅੱਜ ਗੱਲ ਦੱਸੀ ਹੈ ਕਿ ਉਹਨਾਂ ਨੇ 3 ਘੰਟੇ ਉਸ ਸੰਸਥਾ ਦੇ ਨਾਲ ਮੀਟਿੰਗ ਵੀ ਕੀਤੀ ਹੈ ਜੀ। ਭਾਟੀਆ ਸਾਹਿਬ ਖੁਦ ਉਸ ਜੈਨੋਸਾਈਡ ਦਾ ਕਤਲੇਆਮ ਦੇ ਪੀੜਿਤ ਹੈ। ਅੱਜ ਮੈਂ ਜਦੋਂ ਇਹਨਾਂ ਦੀ ਸਟੋਰੀ ਪੜ੍ਹੀ, ਅੱਖਾਂ 'ਚੋਂ ਹੰਝੂ ਆਉਣ ਵਾਲੀ ਗੱਲ ਹੋ ਜਾਂਦੀ ਕਿ ਕਿਸੇ ਦੇ ਪਿਤਾ ਦੇ ਗਲ ਵਿੱਚ ਟਾਇਰ ਪਾਇਆ ਗਿਆ ਹੋਵੇ। ਉਹ ਪਾਇਆ ਨਹੀਂ ਗਿਆ ਸੀ, ਉਹਨਾਂ ਨੇ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਡਰਾਈਵਰ ਉਹਨਾਂ ਨੂੰ ਗੱਡੀ ਲੈ ਕੇ ਚਲਾ ਗਿਆ ਸੀ। ਮਤਲਬ ਕੋਸ਼ਿਸ਼ ਤੁਸੀਂ ਦੇਖੋ, ਜਦੋਂ ਮੈਂ ਕਰੈਕਟ ਕਰਨਾ ਚਾਹੁੰਦਾ ਜੀ ਮਤਲਬ ਇਹ ਆ ਕਿ ਤੁਹਾਡੇ ਕਹਿੰਦੇ ਇਹ ਮਤਲਬ ਕਿ ਜੋ ਇਹਨਾਂ ਨੇ ਔਖਿਆਈ ਦੇਖੀ ਉਸ ਟਾਈਮ, ਹਾਂਜੀ, ਇਹਨਾਂ ਲਈ ਇਹ ਗੱਲਾਂ ਮਤਲਬ ਬੜੀਆਂ ਇਹਦੇ ਦਿਲ ਦੇ ਕਰੀਬ ਹੋਣਗੀਆਂ, ਸੈਂਸਿਟਿਵ ਗੱਲਾਂ ਹੋਣਗੀਆਂ ਇਹਨਾਂ ਵਾਸਤੇ, ਤੇ ਇਹਨਾਂ ਨੇ ਗੱਲ ਕੀਤੀ ਆ। ਇਹ ਚ ਰਿਫਟ ਵਾਲੀ ਗੱਲ ਨਹੀਂ, ਪਰ ਇੰਨਾ ਮੈਂ ਜ਼ਰੂਰ ਕਹਾਂਗਾ ਕਿ ਭਾਟੀਆ ਸਾਹਿਬ ਨੇ ਜਿਵੇਂ ਗੱਲ ਕੀਤੀ, ਮੈਂ ਸ਼ੁਰੂਆਤ 'ਚ ਕਿਹਾ ਸੀ, ਸਾਡਾ ਇਹਨਾਂ ਤੇ ਬਹੁਤ ਸਨੇਹ ਆ, ਪਿਆਰ ਆ ਭਾਈਚਾਰੇ ਦਾ। ਜਿੰਨਾ ਵੱਧ ਪਿਆਰ ਹੋਵੇ ਉਹ ਤੇ ਗਿਲਾ ਵੀ ਓਨਾ ਹੀ ਵੱਧ ਹੁੰਦਾ ਆ, ਤੇ ਗਿਲਾ ਵੀ ਲੋਕਾਂ ਦਾ ਇਹਨਾਂ ਨਾਲ ਤਾਂ ਹੀ ਵੱਧ ਸੀ। ਦੇਖੋ ਭਾਟੀਆ ਸਾਹਿਬ ਇੱਕ ਆਈਕਨ ਆ, ਇੱਕ ਰੋਲ ਮਾਡਲ ਆ। ਅੱਜ ਜਦੋਂ ਭਾਟੀਆ ਸਾਹਿਬ ਡਰੇਕ ਦੇ ਨਾਲ ਜੱਫੀ ਪਾਉਂਦੇ ਆ, ਜਾਂ ਭਾਟੀਆ ਸਾਹਿਬ ਕੱਲ ਲੇਬਰੋਨ ਜੇਮਸ ਨੂੰ ਹਾਈ ਫਾਈਵ ਦਿੰਦੇ ਆ, ਜਿਹੜੇ ਸਾਡੇ ਬੱਚੇ ਇੱਕ ਸਾਡੇ ਭਾਈਚਾਰੇ 'ਚ ਰੋਲ ਮਾਡਲ ਭਾਲਦੇ, ਉਹ ਵੀ ਦਸਤਾਰ ਵਾਲਾ, ਉਹ ਦੇਖਦੇ ਆ ਕਿ ਪੋਪੂਲਰ ਕਲਚਰ ਵਿੱਚ ਡਰੇਕ ਨਾਲ ਮੈਂ ਦਸਤਾਰ ਰਹਿ ਕੇ ਵੀ ਆਪਣੀ ਪਹਿਚਾਣ ਬਣਾ ਕੇ ਵੀ ਮਿਲ ਸਕਦਾ ਆ। ਇਹ ਭਾਟੀਆ ਸਾਹਿਬ ਦੀ ਬਹੁਤ ਵੱਡੀ ਪ੍ਰਾਪਤੀ ਆ। ਸੋ ਗਿਲਾ ਵੀ ਲੋਕਾਂ ਦਾ ਜਾਇਜ਼ ਸੀ, ਪਰ ਜਿਵੇਂ ਇਹਨਾਂ ਨੇ ਪਿਆਰ ਲੋਕਾਂ ਨੂੰ ਹੁਣ ਦਿੱਤਾ ਹੈ ਨਾ, ਮੈਂ ਇਹ ਕਹਾਂਗਾ ਕਿ ਮੇਰਾ ਜੇ ਸਤਿਕਾਰ ਸੀ ਨਾ 500 ਗੁਣਾ ਇਹਨਾਂ ਲਈ ਵੱਧ ਗਿਆ, ਜਿੰਨੀ ਹਲੀਮੀ ਦੇ ਨਾਲ, ਜਿੰਨਾ ਇਹਨਾਂ ਨੇ ਅੱਜ ਆਪਣੇ ਇਮੋਸ਼ਨਲ ਦਿਲੋਂ ਗੱਲਾਂ ਕੀਤੀਆਂ ਆ। ਤੇ ਜਿਵੇਂ ਅੱਜ ਦੀ ਗੱਲ ਹੋਈ ਆ, ਤੇ ਮੈਂ ਸ਼ੁਰੂਆਤ 'ਚ ਕਿਹਾ ਸੀ, ਅਵਾਰਡ ਲੈਣ ਦੇ ਨਾਲ ਤਾਂ ਲੋਕੀ ਸ਼ਾਇਦ ਭੁੱਲ ਜਾਂਦੇ, ਇਹਨਾਂ ਨੂੰ ਅਵਾਰਡ ਦੀ ਵੈਸੇ ਲੋੜ ਨਹੀਂ ਹੈਗੀ, ਜੋ ਇਹਨਾਂ ਦੀ ਇਸ ਵੇਲੇ ਦੁਨੀਆ ਦੇ ਵਿੱਚ ਨਾਮ ਆ। ਕਈਆਂ ਲੋਕਾਂ ਨੂੰ ਅਵਾਰਡ ਦੀ ਭੁੱਖ ਹੁੰਦੀ ਹੈ ਹਰਜਿੰਦਰ ਜੀ, ਉਹ ਪੈਸੇ ਦੇ ਕੇ ਵੀ ਅਵਾਰਡ ਲੈਂਦੇ ਆ। ਇਹਨਾਂ ਦਾ ਜਿੱਥੇ ਸਥਾਨ ਆ ਸਮਾਜ ਦੇ ਵਿੱਚ, ਪੋਪੂਲਰ ਕਲਚਰ ਦੇ ਵਿੱਚ, ਇਹਨਾਂ ਦੀ ਜੋ ਪਹਿਚਾਣ ਹੈ, ਇਹਨਾਂ ਨੂੰ ਇਹੋ ਜਿਹੇ ਅਵਾਰਡਸ ਦੀ ਲੋੜ ਨਹੀਂ ਹੈਗੀ। ਪਰ ਜੋ ਇਹਨਾਂ ਨੇ ਮੋੜਿਆ ਆ, ਮੈਂ ਮੰਨਦਾ ਆ ਕਿ ਆਉਣ ਵਾਲੇ ਸਮੇਂ 'ਚ ਆਉਣ ਵਾਲੀਆਂ ਪੀੜ੍ਹੀਆਂ, ਸਾਡੇ ਬੱਚੇ, ਸਿੱਖ ਬੱਚੇ, ਪੰਜਾਬੀ ਬੱਚੇ ਤੇ ਕਿਸਾਨ ਭਾਰਤ ਦਾ ਜਿਹੜਾ ਕਿ ਅੱਜ ਸੜਕਾਂ ਤੇ ਬੈਠਾ ਆ, ਉਹ ਇਹਨਾਂ ਦਾ ਨਹੀਂ ਰਹੇਗਾ। ਤੇ ਸਾਨੂੰ ਮਾਣ ਆ ਕਿ ਅਸੀਂ ਸਾਡੇ ਸਮਾਜ, ਸਾਡੇ ਸ਼ਹਿਰ 'ਚ ਸਾਡੇ ਵੱਡੇ ਵੀਰ ਨੈਬ ਭਾਟੀਆ ਵਰਗੀ ਸ਼ਖਸੀਅਤ ਰਹਿੰਦੀ ਹੈ ਜੀ। ਧਾਲੀਵਾਲ ਸਾਹਿਬ ਤੁਹਾਡੇ ਕੋਲ ਵੀ ਮੈਂ ਆਉਣਾ, ਤੇ ਆਪਾਂ ਵਾਈਂਡ ਅਪ ਕਰ ਦਿੰਦੇ ਹਾਂ ਜੀ। ਮੈਨੂੰ ਪਤਾ ਕਾਲਰ ਵੀ ਕੁਝ ਸਾਡੇ ਗੱਲ ਕਰਨੀ ਚਾਹੁੰਦੇ ਨੇ, ਪਰ ਮੈਂ ਮਾਫੀ ਚਾਹਾਂਗਾ, ਅਸੀਂ ਕਾਲਸ ਔਨ ਏਅਰ ਕਰਨ ਲਈ ਮੇਰੇ ਕੋਲ ਹੁਣ ਸਮਾਂ ਨਹੀਂ ਰਹਿਣਾ। ਸਿਰਫ ਆ 2 ਕਾਲਸ ਹੀ ਨੇ, ਮੈਂ ਬਹੁਤ ਥੋੜ੍ਹੇ ਜਿਹੇ ਸ਼ਬਦਾਂ 'ਚ ਹੀ ਮੈਂ ਚਾਹਾਂਗਾ ਤੁਸੀਂ ਬਸ ਬਰੀਫ ਕਰ ਦਿਓ ਜੀ। ਪਰਮਿੰਦਰ ਗਰੇਵਾਲ ਸਾਹਿਬ ਨੇ ਤੇ ਇੱਕ ਭੈਣ ਜੀ ਹੁਣੀ ਨੇ, ਬਸ ਕੁਇਕ 30 ਸੈਕਿੰਡ ਦੇ ਵਿੱਚ ਹੀ ਅਸੀਂ ਵਾਈਂਡ ਅਪ ਕਰ ਦਈਏ। ਗਰੇਵਾਲ ਸਾਹਿਬ ਤੁਸੀਂ ਆਉਂਦੀ ਰਹੋ ਜੀ। ਇੱਕ ਹਰਜੀਤ ਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ ਬਸ। ਠੀਕ ਹੈ ਜੀ, ਧਾਲੀਵਾਲ ਸਾਹਿਬ ਨੂੰ। ਠੀਕ ਹੈ ਜੀ, ਹਰਜੀਤ ਬੈਠਾ ਇੱਥੇ? ਹਾਂਜੀ ਨਾਲ ਨੇ ਜੀ, ਸੁਣ ਰਹੇ ਨੇ ਹੈਰੀ ਧਾਲੀਵਾਲ ਹੋਣੀ। ਓਕੇ ਹਰਜੀਤ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਗॉड ਬlesਸ ਯੂ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਹਾਂਜੀ, ਨੈਕਸਟ ਸਾਡੇ ਕਾਲਰ ਨੇ ਭੈਣ ਜੀ ਹੁਣੀ, ਉਹ ਵੀ ਕੁਝ ਗੱਲ ਕਰਨੀ ਚਾਹੁੰਦੇ ਸੀ। ਹੈਲੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਭਾਟੀਆ ਸਾਹਿਬ ਦੇ ਜੋ ਦਿਲੋਂ ਅੰਦਰੋਂ ਗੱਲਾਂ ਨਿਕਲੀਆਂ, ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਜੀ। ਅਸੀਂ ਮਿਲੇ ਨਹੀਂ, ਅਸੀਂ ਕੁਛ ਨਹੀਂ, ਪਰ ਅਸੀਂ ਸਧਾਰਨ ਇੱਕ ਫੈਮਿਲੀ 'ਚ ਹਾਂ, ਪਰ ਮੇਰੇ ਦਿਲ ਦੇ ਵਿੱਚ ਹੰਝੂ ਆ ਗਏ ਅੱਖਾਂ ਦੇ ਵਿੱਚ, ਤੇ ਦਿਲੋਂ ਸਤਿਕਾਰ ਕਰਦੇ ਕਿ ਇੰਨੀ ਹਲੀਮੀ ਬੰਦੇ ਦੇ। ਸ਼ੁਕਰੀਆ ਜੀ, ਸ਼ੁਕਰੀਆ ਭੈਣ ਜੀ, ਥੈਂਕ ਯੂ ਸੋ ਮਚ ਜੀ। ਭਾਟੀਆ ਸਾਹਿਬ ਤੁਸੀਂ ਕੁਝ ਕਹਿਣਾ ਚਾਹੋ ਤਾਂ ਫਿਰ ਆਪਾਂ ਹੁਣ ਵਾਈਂਡ ਅਪ ਕਰ ਦਈਏ ਜੀ ਇਸ ਗੱਲਬਾਤ ਨੂੰ। ਜੀ ਭਾਟੀਆ ਸਾਹਿਬ। ਹਾਂਜੀ ਸਰ। ਮੈਂ ਦੇ ਕਹਿਣ ਜੋਗਾ ਰਿਹਾ ਨਹੀਂ ਹੁਣ, ਕੁਛ ਜਿਹੜੀਆਂ ਕਾਲਰ ਨੇ ਕਿਹਾ, ਭੈਣ ਜੀ ਨੇ ਕਿਹਾ, ਮੈਂ ਨਹੀਂ, ਮੈਂ ਸਭ ਦਾ ਸ਼ੁਕਰਗੁਜ਼ਾਰ ਹਾਂ। ਮਤਲਬ ਤੁਸੀਂ ਮੈਨੂੰ ਇਹਦੇ ਵਿੱਚ ਮੈਨੂੰ ਇੰਨਾ ਮਾਣ ਦਿੱਤਾ। ਔਰ ਕੱਲ ਮੈਂ ਕਹਿਣਾ ਚਾਹਾਂਗਾ, ਤੁਸੀਂ ਮੈਨੂੰ ਕੱਲ ਕਾਲ ਕੀਤਾ ਸੀ ਉਦੋਂ ਮੈਂ ਮੀਟਿੰਗ ਵਿੱਚ ਸਾਂ, ਔਰ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਕੱਲ ਗੱਲ ਕਰਾਂਗਾ, ਔਰ ਮੈਂ ਆਪਣਾ ਵਾਅਦਾ ਨਿਭਾਉਂਦਿਆਂ ਹੋਇਆ
ਔਰ ਤੁਹਾਨੂੰ ਵੀ ਮੈਂ ਕੋ ਕਿਹਾ ਕਿ ਤੁਸੀਂ ਇਹ ਪੈਨਲ ਕੱਲ ਕਰ ਲੈਣਾ, ਅੱਜ ਨਾ ਕਰੋ ਕਿਉਂਕਿ ਅੱਜ ਮੈਂ ਨਹੀਂ ਆ ਸਕਦਾ। ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਕੱਲ ਮੈਂ ਕਿਉਂ ਨਹੀਂ ਆ ਸਕਿਆ ਸਾਂ, ਪਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਵੇ ਸਭ ਨਾਲ ਮਿਲਣ ਦਾ। ਪਾਟਿਆ ਸਾਹਿਬ, ਇਹ ਬਿਲਕੁਲ ਸਹੀ ਗੱਲ ਹੈ ਜੀ। ਤੁਸੀਂ ਕੱਲ ਜਦੋਂ ਸਾਡੀ ਗੱਲ ਹੋ ਰਹੀ ਸੀ ਔਰ ਡੈਫੀਨਿਟਲੀ ਤੁਸੀਂ ਕਿਹਾ ਸੀ ਕਿ ਮੈਂ ਮੀਟਿੰਗ 'ਚ ਉੱਠ ਕੇ ਗੱਲ ਕਰ ਰਿਹਾ, ਅਤੇ ਉਸ ਵੇਲੇ ਬਾਅਦ ਵਿੱਚ ਤੁਸੀਂ ਸ਼ਾਮ ਨੂੰ ਜਦੋਂ ਕਾਲ ਵੀ ਕੀਤੀ ਆਪਣੀ ਪੋਸਟ ਪਾਉਣ ਤੋਂ ਬਾਅਦ, ਅਤੇ ਕਿਹਾ ਕਿ ਉਸ ਵੇਲੇ ਮੈਂ ਮੀਟਿੰਗ ਦੇ ਵਿੱਚ ਹੀ ਸੀ। ਔਰ ਅਸੀਂ ਸਾਡੇ ਪੈਨਲਿਸਟ ਦਾ ਵੀ ਧੰਨਵਾਦ ਕਰਦੇ ਹਾਂ ਜੀ ਕਿ ਕੱਲ, ਕਿਉਂਕਿ ਅਸੀਂ ਇਹ ਸਾਰੀ ਗੱਲਬਾਤ ਕੱਲ ਕਰਨਾ ਚਾਹੁੰਦੇ ਸੀ ਔਰ ਉਸ ਵੇਲੇ ਮੈਂ ਤੁਹਾਨੂੰ ਇਸੇ ਲਈ ਕਾਲ ਕੀਤਾ ਸੀ ਕਿ ਮੈਂ ਤੁਹਾਨੂੰ ਵੀ ਜ਼ਰੂਰ ਔਨ ਏਅਰ ਕਰਾਂ, ਤੁਹਾਡੇ ਤੋਂ ਪੁੱਛਾਂ ਤੁਹਾਡੇ ਕੀ ਵਿਚਾਰ ਨੇ, ਅਤੇ ਤੁਸੀਂ ਜਿਸ ਤਰੀਕੇ ਦੇ ਨਾਲ ਮੈਨੇਜ ਕਰਨ ਲਈ, ਹੈਂਡਲ ਕਰਨ ਦੇ ਲਈ ਕੱਲ ਗੱਲ ਕਹੀ, ਅਤੇ ਸਾਡੇ ਸਾਰੇ ਪੈਨਲਿਸਟ ਨੂੰ ਵੀ ਲੱਗਿਆ ਕਿ ਆਪਾਂ ਇੱਕ ਦਿਨ ਦਾ ਟਾਈਮ ਜਾਂ ਜਿਸ ਤਰ੍ਹਾਂ ਵੀ ਪਾਟਿਆ ਸਾਹਿਬ ਕਹਿ ਰਹੇ ਨੇ ਉਹ ਦੇਣ ਤੋਂ ਬਾਅਦ ਇਸ ਗੱਲਬਾਤ ਨੂੰ ਕਰੀਏ। ਔਰ ਦੂਜੀ ਗੱਲ, ਸਾਨੂੰ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਣਾ ਪੈਣਾ ਜੀ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਕਈ ਵਾਰ ਅਸੀਂ ਬਹੁਤ ਛੇਤੀ ਜਜਮੈਂਟਲ ਹੋ ਜਾਂਦੇ ਹਾਂ। ਸਾਡੀ ਕਮਿਊਨਿਟੀ ਭਾਈਚਾਰਾ ਜਿਸ ਤਰੀਕੇ ਦੇ ਨਾਲ ਕਈ ਵਾਰ ਅਸੀਂ ਕੱਲ੍ਹ ਦੇ ਜਿਹੜੇ ਕੌਮੈਂਟਸ ਦੇਖੀਏ, ਚਾਹੇ ਉਹ ਪਰਸਨਲ ਤੌਰ ਦੇ ਉੱਤੇ ਜਾਂ ਫਿਰ ਸੋਸ਼ਲ ਮੀਡੀਆ ਦੇ ਤੌਰ 'ਤੇ ਹੋਣਗੇ, ਤਾਂ ਬਹੁਤ ਅਲੱਗ ਤਰੀਕੇ ਦੇ ਨਾਲ, ਬੜੀ ਇੱਕ ਡਿਫਰੈਂਟ ਅਪਰੋਚ ਦੇ ਨਾਲ ਲੋਕ ਰਿਐਕਟ ਕਰਨ ਲੱਗ ਜਾਂਦੇ ਨੇ। ਸੋ ਅਸੀਂ ਉਹ ਵੀ ਰਿਕੁਐਸਟ ਕਰਾਂਗੇ ਕਿ ਸਾਨੂੰ ਉਹ ਜਿਹੜਾ ਟੋਲਰੈਂਸ ਲੈਵਲ ਹੈ, ਜਿੱਥੋਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ, ਉਹਨੂੰ ਵੀ ਥੋੜ੍ਹਾ ਜਿਹਾ ਹੋਰ ਮੈਚਿਓਰ ਔਰ ਬੈਟਰ ਕਰਨ ਦੀ ਲੋੜ ਹੈ ਕਿ ਅਸੀਂ ਕਿਸੇ ਨੂੰ ਇੱਕਦਮ ਇੰਨਾ ਜ਼ਿਆਦਾ ਕਹਿ ਲਈਏ ਕਿ ਪੋਕ ਕਰਨ ਲੱਗ ਜਾਈਏ ਜਾਂ ਉਹਨੂੰ ਬੰਦੇ ਨੂੰ ਬਦਨਾਮ ਕਰਨ ਲੱਗ ਜਾਈਏ ਜਾਂ ਉਹਦੇ ਖਿਲਾਫ ਕੋਈ ਗੱਲਾਂ ਬਾਤਾਂ ਕਰਨ ਲੱਗ ਜਾਈਏ ਕਿ ਅਸੀਂ ਉਹਦੇ ਲਈ ਰਸਤਾ ਹੀ ਨਾ ਛੱਡੀਏ ਵਾਪਸ ਆਉਣ ਦੇ ਲਈ, ਉਹ ਵੀ ਇੱਕ ਚੰਗਾ ਟਰੈਂਡ ਨਹੀਂ ਹੈ। ਸੋ ਤੁਸੀਂ ਧੰਨਵਾਦੀ, ਅਸੀਂ ਤੁਹਾਡੇ ਧੰਨਵਾਦੀ ਹਾਂ ਸਰ, ਔਰ ਮੁਬਾਰਕਬਾਦ ਦੇ ਹੱਕਦਾਰ ਹੋ। ਬੇਸ਼ੱਕ ਦੁਬਾਰਾ ਮੈਂ ਇਸ ਗੱਲ ਨੂੰ ਲੈ ਕੇ ਚੱਲ ਰਿਹਾ ਕਿ ਅਸੀਂ ਕੈਨੇਡਾ ਇੰਡੀਆ ਫਾਊਂਡੇਸ਼ਨ ਦਾ ਜੋ ਪੱਖ ਸੀ ਉਹਨਾਂ ਨਾਲ ਵੀ ਡਿਸਕਸ ਜ਼ਰੂਰ ਕਰਨਾ ਚਾਹੁੰਦੇ ਸੀ, ਕਿਉਂਕਿ ਮੈਂ ਜਦੋਂ ਆਰਗੇਨਾਈਜੇਸ਼ਨ ਦੇ ਲੈਵਲ ਦੇ ਉੱਪਰ ਮੈਂ ਇੱਕ ਨਿਊਟਰਲ ਅਪਰੋਚ ਦੇ ਨਾਲ ਅਗਰ ਦੇਖਾਂ ਤਾਂ ਸ਼ਾਇਦ ਇਹ ਬਹੁਤ ਇੱਕ ਵੱਡੀ ਗੱਲ ਹੋਏਗੀ ਉਹਨਾਂ ਦੇ ਲਈ, ਔਰ ਉਹਨਾਂ ਨੂੰ ਇਸ ਗੱਲ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਤਰਾਜ਼ ਵੀ ਹੋਏਗਾ। ਬੇਸ਼ੱਕ ਉਹ ਡਿਪਲੋਮੈਟਿਕ ਤੌਰ ਦੇ ਉੱਤੇ ਜਦੋਂ ਕੋਈ ਆਪਣੀ ਸਟੇਟਮੈਂਟ ਜਾਰੀ ਕੀਤੀ ਜਾਂਦੀ ਹੈ ਉਹ ਬੜਾ ਸੋਚ ਸੰਭਲ ਕੇ ਕੀਤੀ ਜਾਂਦੀ ਹੈ, ਪਰ ਅੰਦਰ ਖਾਤੇ ਮੈਂ ਜਿਵੇਂ ਗੱਲ ਕੀਤੀ ਸੀ ਕਿ ਮੈਨੂੰ ਇਸ ਗੱਲ ਦਾ ਵੀ ਫਿਕਰ ਹੈ ਕਿ ਇਹਦੇ ਨਾਲ ਕਿਤੇ ਇਹ ਨਾ ਹੋਏ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰੀਏ ਕਿ ਜਿਹੜੀ ਉਹ ਰਿਫਟ ਹੈ ਉਹ ਵਧਣ ਲੱਗ ਜਾਵੇ। ਸੋ ਧਾਲੀਵਾਲ ਸਾਹਿਬ, ਇਸੇ ਪੁਆਇੰਟ 'ਤੇ ਤੁਹਾਡੇ ਤੋਂ ਮੈਂ ਕਲੋਜ਼ਿੰਗ ਰਿਮਾਰਕਸ ਚਾਹਾਂਗਾ ਅਤੇ ਫਿਰ ਸਾਰੇ ਵੀਰਾਂ ਤੋਂ ਇਜਾਜ਼ਤ ਲੈਂਦੇ ਹਾਂ। ਦੇਖੋ ਹਰਜਿੰਦਰ ਸਾਹਿਬ, ਜਿਵੇਂ ਪਾਟਿਆ ਸਾਹਿਬ ਨੇ ਵੀ ਕਿਹਾ ਵੀ ਕੋਈ ਕੁਛ ਰਹਿਣ ਵਾਲੀ ਗੱਲ ਨਹੀਂ ਹੈ। ਮੈਂ ਵੀ ਜੇ ਥੋੜ੍ਹਾ ਜਿਹਾ ਇਹਨੂੰ ਜ਼ਿਆਦਾ ਫਰੋਲਿਆ ਤਾਂ ਮੈਂ ਵੀ ਇਮੋਸ਼ਨਲ ਹੋ ਸਕਦਾ, ਜਿਹੜੇ ਹਿਸਾਬ ਨਾਲ ਮੇਰੇ ਭਰਾ ਨੇ ਪਾਟਿਆ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਜੀ। ਤੇ ਪਰ ਇਹ ਵੀ ਇਹ ਰੰਗ ਨੇ ਰੱਬ ਦੇ, ਕੋਈ ਬੰਦਾ ਕਿਵੇਂ ਰਿਐਕਟ ਕਰਦਾ, ਕਿਵੇਂ ਰਿਐਕਟ ਕਰਦਾ, ਪਰ ਜਿਹੜੇ ਬੰਦੇ ਉਹ ਅਬਰਪਟਲੀ ਇਸ ਤਰ੍ਹਾਂ ਰਿਐਕਟ ਕਰਦੇ ਨੇ, ਉਹ ਕਈ ਵਾਰੀ ਜਦੋਂ ਹੁਣ ਇਸ ਤਰ੍ਹਾਂ ਇਹਨੂੰ ਗੱਲ ਕਰਨਗੇ ਤਾਂ ਉਹੀ ਬੰਦੇ ਆਪਣੇ ਆਪ ਦੇ ਉੱਤੇ ਬਹੁਤ ਪਛਤਾਉਣਗੇ ਵੀ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸੋ ਇਹਦੇ ਵਿੱਚ ਆਪਾਂ ਸਾਰੇ ਹੀ ਸਿੱਖਦੇ ਹਾਂ, ਤੇ ਇਹਦੇ ਵਿੱਚ ਮੈਂ ਇਹ ਮਹਿਸੂਸ ਕਰਦਾ ਵੀ ਜਿੰਨੇ ਵੀ ਬੰਦੇ ਇਨਵੋਲਵ ਹੋਏ ਨੇ ਪੋਜ਼ਿਟਿਵ ਤਰੀਕੇ ਦੇ ਨਾਲ, ਗੁੱਡ ਇੰਟੈਂਟ ਦੇ ਨਾਲ, ਉਹਨਾਂ ਨੇ ਕਮਿਊਨਿਟੀ ਨੂੰ ਬਹੁਤ ਇਮੋਸ਼ਨਲੀ, ਇੰਟੈਲੈਕਚੁਅਲੀ ਤੇ ਕਿਸੇ ਤਰੀਕੇ ਦੇ ਨਾਲ ਗਰੋ ਕਰਨ ਦੇ ਵਿੱਚ ਹੈਲਪ ਕੀਤੀ ਹੈ ਇਸ ਸਾਰੀ ਐਕਸਰਸਾਈਜ਼ ਦੇ ਵਿੱਚ। ਤੇ and I just wanted to make sure that I say that here, ਜਿਹੜੀ ਕੈਨੇਡਾ ਇੰਡੀਆ ਫਾਊਂਡੇਸ਼ਨ ਦੀ ਜਿਹੜੀ ਸਾਰੀ ਸਿਚੁਏਸ਼ਨ ਹੈ, ਮੈਂ ਕੱਲ ਜਾ ਕੇ ਇਹ, ਹਾਲਾਂਕਿ ਮੈਨੂੰ ਐਂ ਲੱਗਦਾ ਵੀ ਜਿਹੜੇ ਉਦੋਂ ਬਾਅਦ ਇੰਡੀਅਨ ਕਾਉਂਸਲਰ ਆਫਿਸ ਦੇ ਆਏ ਨੇ ਉਹਨਾਂ ਦਾ ਉਸ ਤਰ੍ਹਾਂ ਦਾ ਰਵੱਈਆ ਨਹੀਂ ਹੈ, ਤੇ ਪਰ ਮੈਨੂੰ ਬਹੁਤ ਤਰੀਕੇ ਨਾਲ ਉਹਨਾਂ ਨੇ ਸੁਣਿਆ। ਮੈਂ ਬਹੁਤ ਵਧੀਆ ਤਰੀਕੇ ਦੇ ਨਾਲ ਕੈਨੇਡਾ ਇੰਡੀਆ ਫਾਊਂਡੇਸ਼ਨ ਦੀ ਸਾਰੇ ਜਿਹੜੇ ਪੋਤੜੇ ਫੋਲ ਕੇ ਆਇਆ ਉਹਨਾਂ ਕੋਲੇ ਕਿ ਦਿਸ ਇਜ਼ ਦ ਆਰਗੇਨਾਈਜੇਸ਼ਨ, ਯੂ ਸ਼ੁੱਡ like stay away from this and this is how the community is feeling about it। ਤੇ ਮੈਂ ਆਪਣਾ ਜਿਹੜਾ ਕਮਿਊਨਿਟੀ ਦੀ ਫੀਲਿੰਗ ਨੂੰ ਲੌਗ ਕਰਕੇ ਆਇਆ, ਉਹ ਵੀ ਕਿਸੇ ਦੇ ਕਹਿਣ ਦੇ ਉੱਤੇ ਭਾਈ ਯੂ ਸ਼ੁੱਡ ਲਾਈਕ ਗੋ ਐਂਡ ਸੇ ਦੈਟ। ਸੋ ਇਸ ਕਰਕੇ ਇਹ ਜਿਹੜਾ ਸਾਰਾ ਪ੍ਰਸੰਗ ਹੈਗਾ ਇਹਦੇ ਵਿੱਚ ਐਕਚੁਅਲੀ ਸਾਰੀ ਆਪਣੀ ਫੀਲਿੰਗ ਹੈ। ਇਹ ਇਸ਼ੂ ਨੇ ਜਿਹੜੀਆਂ ਉੱਤੇ ਲਿਆਂਦੀ ਹੈ ਨਾ, ਇਹ ਐਕਚੁਅਲੀ ਇਹ ਜਿਹੜਾ ਪੇਨ ਵੀ ਹੋਇਆ ਮਾੜਾ ਮੋਟਾ, ਈਵਨ ਨੈਬ ਵੀਰ ਨੂੰ ਵੀ ਜਿਹੜਾ ਮਾੜਾ ਮੋਟਾ ਪੇਨ ਹੋਇਆ, ਉਹ ਪੇਨ ਦੇ ਵਿੱਚੋਂ ਜਿਹੜਾ ਸਾਡੀ ਗਰੋਥ ਹੋਣੀ ਹੈ, ਕਿਉਂਕਿ ਸਾਡੀ ਜਿਹੜੀ ਲਾਈਫ ਹੈ, ਜ਼ਿੰਦਗੀ ਹੈ, ਉਹ ਪੇਨ ਦੇ ਵਿੱਚ ਪੈਦਾ ਹੁੰਦੀ ਹੈ, ਤੇ ਪੇਨ ਦੇ ਨਾਲ ਹੀ ਅਸੀਂ ਸਾਡੀ ਸੋਚ, ਸਾਡਾ ਸਿਆਣਾਪਣ ਜਿਹੜਾ, ਸਾਡੀ ਚੀਜ਼ਾਂ ਜਿਹੜੀਆਂ ਵਧਦੀਆਂ ਨੇ। ਐਂਡ ਆਈ ਐਮ ਗਲੈਡ ਐਂਡ ਆਈ ਆਲ ਵਾਂਟ ਟੂ ਸੇ ਟੂ ਨੈਵ ਐਟ ਦ ਐਂਡ ਆਫ ਦ ਡੇ ਇਜ਼ ਆਈ ਲਵ ਯੂ, ਗॉड ਬਲੈਸ ਯੂ ਐਂਡ ਆਈ ਵਿਸ਼ ਯੂ ਆਲ ਦ ਬੈਸਟ ਇਨ ਦ ਵਰਲਡ। ਬਹੁਤ ਸ਼ੁਕਰੀਆ ਸਰ ਜੀ, ਧੰਨਵਾਦ ਤੁਹਾਡਾ ਵੀ, ਤੇ ਬੋਬੀ ਜੀ ਤੁਹਾਡਾ ਵੀ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਆਪਾਂ ਡੈਫੀਨਿਟਲੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਸ਼ਿਸ਼ ਕਰਦੇ ਰਹਾਂਗੇ ਕਿ ਜਿਹੜੀ ਉਹ ਕਮਿਊਨਿਟੀ ਦੇ ਤੌਰ ਦੇ ਉੱਤੇ, ਭਾਈਚਾਰਿਆਂ ਦੇ ਤੌਰ ਦੇ ਉੱਤੇ ਸਾਡੀ ਜਿਹੜੀ ਸਾਂਝ ਹੈ ਜਾਂ ਜਿਹੜੇ ਸਾਡੇ ਰਿਲੇਸ਼ਨਸ ਨੇ ਓਵਰਆਲ, ਜਦੋਂ ਅਸੀਂ ਦੇਖਦੇ ਹਾਂ ਕਿ ਇੰਡੀਅਨ ਡਾਇਸਪੋਰਾ ਜਿਹੜਾ ਵੈਸੇ ਹੀ ਇਸ ਵੇਲੇ ਕੋਵਿਡ-19 ਦੇ ਕਾਰਨ ਸਾਨੂੰ ਬਹੁਤ ਸਾਰੇ ਚੈਲੰਜਸ ਦਾ ਸਾਹਮਣਾ ਕਰਨਾ ਪੈ ਰਿਹਾ, ਔਰ ਜੇ ਇੰਡੀਆ ਦੇ ਵਿੱਚ ਕਿਸਾਨੀ ਸੰਘਰਸ਼ ਦੀ ਕਰੀਏ, ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਹਿ ਲਈ ਕਿ ਖਬਰ ਦੇ ਰੂਪ ਦੇ ਵਿੱਚ ਔਰ ਅਪਡੇਟ ਦੇ ਰੂਪ ਦੇ ਵਿੱਚ ਐਵਰੀ ਡੇ ਉੱਥੇ ਵੀ ਬਹੁਤ ਸਾਰੀਆਂ ਚੇਂਜਸ, ਤਬਦੀਲੀਆਂ ਆਉਂਦੀਆਂ ਜਾਂਦੀਆਂ ਨੇ। ਪਰ ਇਸ ਤਰ੍ਹਾਂ ਦੀ ਜੇ ਅੱਜ ਸਾਡੀ ਡਿਸਕਸ਼ਨ ਹੋਈ ਹੈ ਲਗਾਤਾਰ ਇੰਨਾ ਸਮਾਂ ਅਸੀਂ ਜੇਕਰ ਇਹਦੇ 'ਤੇ ਲਗਾਇਆ,
ਤਾਂ ਇਹਦੇ ਸਾਡੀ ਗੱਲਬਾਤ ਕਰਨ ਦੀ ਜਿਹੜੀ ਇੰਟੈਂਸ਼ਨ ਹੈ ਜਾਂ ਸਾਡੀ ਜਿਹੜੀ ਗੱਲਬਾਤ ਦੇ ਵਿੱਚੋਂ ਜੋ ਇੱਕ ਓਵਰਆਲ ਭਾਵਨਾ ਦੇ ਰੂਪ ਦੇ ਵਿੱਚ ਜੋ ਸੁਨੇਹਾ ਜਾਣਾ ਚਾਹੀਦਾ, ਉਮੀਦ ਕਰਦਾ ਕਿ ਉਹ ਅਸੀਂ ਕਲੀਅਰ ਕਰਨ ਲਈ, ਪਹੁੰਚਦਾ ਕਰਨ ਦੇ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਨਾਲ ਸਾਰੇ ਪੈਨਲਿਸਟ ਦੀ ਹੈਲਪ ਦੇ ਨਾਲ ਕਾਮਯਾਬ ਰਹੇ ਹੋਵਾਂਗੇ। ਜੀ ਸਰ, ਇੱਕ ਗੱਲ ਕਹਿ ਸਕਦਾ, ਇੱਕ ਸੈਂਟੈਂਸ ਜੀ ਪਲੀਜ਼। ਦੇਖੋ, ਨੈਬ ਭਾਟੀਆ ਇਸ ਵਕਤ ਆਪ ਵੀ ऐसा महसूस कर रहे ਨੇ ਵੀ ਜੋ ਵੀ ਹੈ ਇਹ ਇੱਕ ਕਮਿਊਨਿਟੀ ਦੀ ਪ੍ਰਾਪਰਟੀ ਬਣ ਗਏ ਨੇ ਜੀ। he has grown to the point that I actually personally promise me I will always watch him back. Right. We always and I also 100% sure ਜਿਹੜੇ ਆਪਣੇ ਪੈਨਲ ਦੇ ਬੰਦੇ ਨੇ they all feel the same way. We are there to make you even bigger and stronger and wiser and more strategic. I know you have only 2 eyes, and you can count on us that we will always watch your back. We will never let any institution, any organization to get you into the trap in future. Thank you. जी, बहुत शुक्रिया। हाँ जी बाबू जी, हाँ जी। मैं कहना चाहूँगा, हाँ जी, मैं अपनी कम्युनिटी का ही हाँ। मेरी मैं I'm an asset of my community. I belong to you. You are the one. ਤੁਸੀਂ ਮੈਨੂੰ ਉੱਥੇ ਪਹੁੰਚਾਇਆ ਵੀ ਜਿੱਥੇ ਮੈਂ ਅੱਜ ਹੈ, ਨਹੀਂ ਤੇ ਮੈਂ ਕੀ ਸਾਂ, ਕੱਖ ਵੀ ਨਹੀਂ ਸਾਂ। So I just want to let you know I'm indebted to my community. I just want to make sure ਕਿ ਸਾਡੀ ਜਿਹੜੀ ਫਿਊਚਰ ਨਸਲ ਹੈ ਉਹ ਅੱਗੇ ਵਧੇ, ਉਹ ਰਾਜ ਕਰੇ, ਇੱਥੇ ਚੰਗਾ ਕਰੇ। ਐਂਡ I'm going to do, ਮੇਰੀ ਤੇ ਕੋਈ ਗੋਲ ਰਿਹਾ ਵੇ ਹਮੇਸ਼ਾ ਕਿ ਮੈਂ ਲੋਕਾਂ ਨੂੰ to bring the world together with the game of basketball। ਮੈਨੂੰ ਇੰਨਾ ਚੰਗਾ ਲੱਗਦਾ ਜਦੋਂ ਕਿ ਮੈਂ ਕੋਈ ਬਜ਼ੁਰਗ ਜਨਾਨੀ 90 ਸਾਲ ਦੀ ਮੈਨੂੰ ਕਹਿੰਦੀ ਹੈ, ਵੀਰ ਬੱਚਿਆ ਮੈਂ ਬੜੀ ਖੁਸ਼ ਹਾਂ, ਮੈਨੂੰ ਵੀ ਬਾਸਕਟਬਾਲ ਮੈਂ ਦੇਖਣੀ ਆ ਕਿ ਮੈਨੂੰ ਅਸੀਂ 3 ਨਸਲਾਂ ਇਕੱਠੀਆਂ ਬੈਠ ਕੇ, ਮੈਂ, ਮੇਰੇ ਪੁੱਤਰ, ਮੇਰੇ ਪੋਤਰੇ, ਅਸੀਂ ਇਕੱਠੇ ਬੈਠ ਕੇ ਤੇਰੀਆਂ ਗੇਮਾਂ ਦੇਖਨੇ ਆ। ਔਰ ਪਹਿਲੀ ਚੀਜ਼ ਦੇਖਨੇ ਆ ਕਿ ਸਾਡਾ ਸਿੰਘ ਕਿੱਥੇ ਬੈਠਾ ਵੇ, ਅਸੀਂ ਜ਼ਿਆਦਾ ਤੇਰੇ ਵੱਲ ਦੇਖਨੇ ਆ। ਔਰ ਜਦੋਂ ਉਹਨਾਂ ਦੇ ਬਜ਼ੁਰਗ ਹਸਬੈਂਡ 90 ਸਾਲਾਂ ਦੇ ਕਹਿੰਦੇ ਨੇ, ਪੁੱਤ ਤੇਰੇ ਕੋਚ ਨੂੰ ਕਹੀਂ ਕਿ ਇਹ ਗਲਤੀ ਨਾ ਕਰੇ। ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਬਾਸਕਟਬਾਲ ਦੇ ਰਾਹੀਂ ਤੁਹਾਡੇ ਪਰਿਵਾਰਿਕ ਮੈਂਬਰ ਬਣ ਚੁੱਕਾ ਹਾਂ ਜੀ। ਬਹੁਤ ਸ਼ੁਕਰੀਆ ਭਾਟੀਆ ਸਾਹਿਬ। ਬਾਬੂ ਜੀ ਤੁਸੀਂ ਕੁਝ ਕਹਿਣ ਲੱਗੇ ਸੀ? ਸੌਰੀ। ਹਾਂਜੀ, ਮੈਂ ਬਸ ਇਹੀ ਕਹਿਣਾ ਚਾਹੁੰਦਾ, ਮੈਂ ਹੈਰੀ ਭਾਜੀ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਗੱਲ ਹੋਈ ਵੱਧ ਕਾਂ ਤੋਰਦਾ ਆ। ਹਾਂਜੀ, ਦੇਖੋ ਭਾਟੀਆ ਸਾਹਿਬ ਦਾ ਜੋ ਸਥਾਨ ਹੈ ਸਾਡੇ ਭਾਈਚਾਰੇ 'ਚ ਆਈਕਨ ਆ, ਤੇ ਇਹ ਸਾਡੀ ਵੀ ਹੁਣ ਜ਼ਿੰਮੇਵਾਰੀ ਕਾਂ ਬਣਦੀ ਆ। ਜਿਵੇਂ ਅੱਜ ਇਹਨਾਂ ਦੀ ਗੱਲ ਸੁਣੀ ਆ, ਜਿਵੇਂ ਇਹਨਾਂ ਦਾ ਦਿਲ ਸਾਫ਼ ਆ ਕਿ ਗਾਂ ਕੋਈ ਵੀ ਸਾਡਾ ਜੋ ਇੱਕ ਟਰੈਜਰ ਹੁੰਦਾ, ਇਹ ਸਾਡੇ ਟਰੈਜਰ ਨੇ ਭਾਈਚਾਰੇ ਦਾ। ਕੱਲ ਨੂੰ ਕੋਈ ਇਹੋ ਜਿਹੀ ਗੱਲ ਨਾ ਹੋਵੇ ਕਿ ਜਿਹੜਾ ਸਾਡੇ ਇਸ ਟਰੈਜਰ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇ। ਇਹ ਸਾਡੀ ਹੁਣ ਸਾਰੇ ਜ਼ਿੰਮੇਵਾਰੀ ਬਣ ਜਾਣੀ ਹੈ। ਕਿਉਂ ਹੈਰੀ ਭਾਜੀ ਜੋ ਮੇਰੇ ਨਾਲ ਅਗਰੀ ਕਰਦੇ ਆ, ਅਸੀਂ ਸਾਂਝੇ ਤੌਰ ਤੇ ਪਹਿਰਾ ਦਈਏ ਕਿ ਜਿਹੜੀ ਇਹ ਸਾਡੇ ਐਸਟ ਨੇ ਭਾਈਚਾਰੇ ਦੇ, ਅਸੀਂ ਉਹਨਾਂ ਦਾ ਖੁਦ ਉਹਦਾ ਪਹਿਰਾ ਦਈਏ ਤੇ ਉਹਦਾ ਬਚਾਅ ਕਰੀਏ ਜੀ। ਬਹੁਤ ਸ਼ੁਕਰੀਆ ਸਰ ਜੀ, ਥੈਂਕ ਯੂ ਸੋ ਮਚ। ਤੇ ਅਰੋੜਾ ਸਾਹਿਬ ਤੁਹਾਡੇ ਤੋਂ ਵੀ ਹੁਣ ਆਪਾਂ ਇਜਾਜ਼ਤ ਲੈ ਲੈਂਦੇ, ਤੁਸੀਂ ਵੀ ਲਾਸਟ 30 ਸੈਕਿੰਡ ਦੇ ਵਿੱਚ ਕੁਝ ਕਹਿਣਾ ਚਾਹੋ ਤਾਂ ਫਿਰ ਆਪਾਂ ਸਾਰੇ ਪੈਨਲਿਸਟ ਨੂੰ ਮਾਫੀ ਲੈਣੇ ਜੀ। ਜੀ ਹਰਜਿੰਦਰ ਜੀ, ਜਿਸ ਤਰ੍ਹਾਂ ਕਿ ਮੈਂ ਪ੍ਰੋਗਰਾਮ ਦੇ ਸ਼ੁਰੂਆਤ 'ਚ ਕਿਹਾ ਸੀ ਕਿ ਮੇਰੇ ਵਾਸਤੇ ਇੱਕ ਲਰਨਿੰਗ ਕਰਵ ਹੁੰਦਾ ਜਦੋਂ ਵੀ ਮੈਂ ਰੇਡੀਓ 'ਤੇ ਹੋਰ ਸੱਜਣਾਂ ਨੂੰ ਬੋਲਦਿਆਂ ਸੁਣਦਾ। ਹਾਂਜੀ, ਅਤੇ ਅੱਜ ਮੈਨੂੰ ਇੱਕ ਚੀਜ਼ ਜਿਹੜੀ ਸਮਝ ਆਈ ਕਿ ਨਾਟ ਐਵਰੀਥਿੰਗ ਦੈਟ ਸ਼ਾਈਨਸ ਇਜ਼ ਗੋਲਡ। ਜਦੋਂ ਸੰਸਥਾ ਦਾ ਕੁਝ ਗੋਲ ਕੁਝ ਹੋਰ ਹੋ ਸਕਦਾ ਹੈ ਅਤੇ ਅੰਦਰੋਂ ਕੁਝ ਹੋਰ ਹੋ ਸਕਦੀ, ਸੋ ਦੇ ਪੋਲੀਟੀਕਲ ਮੋਟਿਵਸ ਕੁਝ ਹੋਰ ਹੋ ਸਕਦੇ। ਸਾਨੂੰ ਮੈਨੂੰ ਹੋਰ ਆਪਣੇ ਆਪ ਨੂੰ ਰਾਜਨੀਤਿਕ ਤੌਰ ਦੇ ਉੱਤੇ ਜਾਗਰੂਕ ਕਰਨ ਦੀ ਲੋੜ ਹੈ। ਮੈਨੂੰ ਇਹ ਗੱਲ ਅੱਜ ਦੀ ਡਿਸਕਸ਼ਨ ਵਿੱਚ ਸਮਝ ਆਈ ਹੈ। ਅਤੇ ਹਲੀਮੀ ਤਾਂ ਖੈਰ ਜੋ ਭਾਟੀਆ ਸਾਹਿਬ ਤੋਂ ਸਾਨੂੰ ਸਿੱਖਣ ਨੂੰ ਮਿਲਦੀ ਹੈ ਉਹ ਤਾਂ ਹਮੇਸ਼ਾ ਹੀ ਰਹੇਗੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਸਾਰੇ ਪੈਨਲਿਸਟ ਦਾ। ਮੈਂ ਬਲ ਸਾਹਿਬ ਦਾ ਵੀ, ਨਾਲ ਦੀ ਨਾਲ ਧਾਲੀਵਾਲ ਸਾਹਿਬ ਔਰ ਬੋਬੀ ਸਿੱਧੂ ਹੋਰੀ, ਅਤੇ ਸਾਡੇ ਜਿਹੜੇ 2 ਕਾਲਰਸ ਵੀ ਆਏ ਸੀ ਔਰ 1-2 ਕਾਲਾਂ ਹੋਰ ਵੀ ਹੋਲਡ 'ਤੇ ਨੇ। ਮੈਂ ਉਹਨਾਂ ਤੋਂ ਹੁਣ ਮੈਂ ਮਾਫੀ ਮੰਗਦਾ ਜੀ। ਅਸੀਂ ਅੱਜ ਦੀ ਇਸ ਗੱਲਬਾਤ ਨੂੰ ਹੁਣ ਇਸੇ ਵਾਈਂਡ ਅਪ ਕਰਾਂਗੇ। ਭਾਟੀਆ ਸਾਹਿਬ ਇੱਕ ਵਾਰ ਫਿਰ ਤੁਹਾਡੇ ਲਈ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ। ਧੰਨਵਾਦ, ਤੁਸੀਂ ਖੁੱਲ੍ਹੇ ਦਿਲ ਨਾਲ ਸਮਾਂ ਕੱਢਿਆ ਜੀ। ਮੈਂ ਗਿਲ ਸਾਹਿਬ 1 ਸੈਕਿੰਡ ਲਵਾਂਗਾ। ਮੈਂ ਕਹਾਂਗਾ ਕਿ ਤੁਸੀਂ ਇਹ ਜਿਹੜਾ ਅੱਜ ਦੀ ਪੈਨਲ ਡਿਸਕਸ਼ਨ ਹੈ, ਇਹ ਪਲੀਜ਼ ਤੁਸੀਂ ਸੋਸ਼ਲ ਮੀਡੀਆ ਤੇ ਪਾ ਦਿਓ, ਕਿਉਂਕਿ ਮੈਂ ਇਹਦੇ ਬਾਅਦ ਹੋਰ ਇੰਟਰਵਿਊ ਨਹੀਂ ਕਰ ਸਕਦਾ ਕਿਉਂਕਿ ਸਾਰਾ ਕੁਝ ਇੱਕ ਰਿਪੀਟ ਕਰਨਾ ਘੜੀ ਚੀਜ਼ ਹੈ। ਮੈਂ ਚਾਹੁੰਦਾ ਕਿ ਇਹ ਵਕਤ ਜਿਹੜਾ ਹੈ ਵੀ ਅਸੀਂ ਰਾਦਰ ਦੈਨ ਮੈਨੂੰ ਦੇਣ ਨੂੰ ਸਾਰੇ ਮੀਡੀਆ ਵਿੱਚ ਦੱਸ ਦਿਓ ਕਿ ਮੈਂ ਇਹ ਜਿਹੜਾ ਟਾਈਮ ਮੈਨੂੰ ਦੇਣਾ ਹੈ ਨਾ, ਉਹ ਟਾਈਮ ਤੁਸੀਂ ਕਿਸਾਨਾਂ, ਜਿਹੜੇ ਹਿੰਦੁਸਤਾਨ ਦੇ ਕਿਸਾਨ ਨੇ, ਉਹਨਾਂ ਨੂੰ ਦਿਓ। ਉਹਨਾਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਦੀ ਕੋਸ਼ਿਸ਼ ਕਰੋ ਔਰ ਉਹਨਾਂ ਦੀ ਜਿਹੜੇ ਪੀੜਿਤ ਨੇ ਉਹਨਾਂ ਦੀ ਪੀੜ ਦੂਰ ਕਰਨ ਨੂੰ ਕਰੀਏ, ਰਾਦਰ ਦੈਨ ਸਪੈਂਡਿੰਗ ਦਾ ਟਾਈਮ ਵਿਦ ਮੀ। ਅੰਤ ਵਿੱਚ ਮੈਂ ਸਭ ਦਾ ਸ਼ੁਕਰਗੁਜ਼ਾਰ ਹਾਂ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਸਰ, ਸੋ ਨਾਈਸ ਆਫ ਯੂ, ਥੈਂਕ ਯੂ ਸੋ ਮਚ ਜੀ। ਸੋ ਦੋਸਤੋ, ਹਰਜਿੰਦਰ ਗਿੱਲ ਸ਼ੋ 1350 AM ਤੇ ਸਾਡੇ ਸਾਰੇ ਪੈਨਲਿਸਟ ਦਾ ਵੀ ਔਰ ਭਾਟੀਆ ਸਾਹਿਬ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ, ਤੇ ਇਸ ਗੱਲਬਾਤ ਨੂੰ ਹੁਣ ਅਸੀਂ ਇੱਥੇ ਹੀ ਵਾਈਂਡ ਅਪ ਕਰਦੇ ਹਾਂ।
ਉਮੀਦ ਕਰਦੇ ਹਾਂ ਕਿ ਸਾਡੀ ਇਸ ਗੱਲਬਾਤ ਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਜਿੰਨੀ ਵੀ ਸਾਡੀ ਗੱਲਬਾਤ ਤੁਹਾਡੇ ਤੱਕ ਪਹੁੰਚਦੀ ਕੀਤੀ ਹੈ ਉਹਨੂੰ, ਜਿਵੇਂ ਭਾਟੀਆ ਸਾਹਿਬ ਨੇ ਵੀ ਗੱਲ ਕੀਤੀ, ਅਸੀਂ ਉਹਨੂੰ ਜਿੱਥੇ ਲਾਈਵ ਹੁਣ ਵੀ ਸੁਣਿਆ ਹੋਏਗਾ ਅਤੇ ਅਸੀਂ ਸਾਡੇ YouTube ਚੈਨਲ 'ਤੇ ਵੀ ਜ਼ਰੂਰ ਇਸ ਇਨਫੋਰਮੇਸ਼ਨ ਨੂੰ ਸਾਂਝੀ ਕਰਨਾ, ਇਸ ਸਾਰੀ ਇੰਟਰਵਿਊ ਨੂੰ ਉਹ ਵੀ ਤੁਹਾਡੇ ਤੱਕ ਪਹੁੰਚਦੀ ਹੋ ਜਾਣੀ, ਸਾਡੇ ਸੋਸ਼ਲ ਮੀਡੀਆ ਅਕਾਊਂਟਸ ਦੇ ਜ਼ਰੀਏ ਵੀ ਤੁਸੀਂ ਜੁੜ ਸਕੋਗੇ। ਸੋ ਸਮਾਂ ਇਸ ਵੇਲੇ 4:48। ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ। ਕੁਛ ਇੱਕ ਸੰਦੇਸ਼ ਲੈ ਲਈਏ ਅਤੇ ਫਿਰ ਆਪਣੀ ਗੱਲਬਾਤ ਨੂੰ ਅੱਗੇ ਤੋਰਾਂਗੇ। ਸਮਾਂ ਆਲਮੋਸਟ ਸਾਡਾ ਸਮਾਪਤੀ ਵਾਲਾ ਹੈ। इश्तिहार है तब व्यापार है। अपना बिजनेस प्रमोट करने लिए संपर्क करो 647 400 68 647 400 6862 G Media Group। You are listening to the Harjinder Gill Show, Rams Punjabi, only on 1350 AM। ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਖਰੀਦਣਾ ਚਾਹੁੰਦੇ ਹੋ, ਸੋਹਣਾ ਜਿਹਾ ਕਿਊਟ ਜਿਹਾ ਘਰ, ਵਧੀਆ ਲੋਕੇਸ਼ਨ ਐਂਡ ਇਨ ਬਜਟ। You then call your friends, then they call their friends and they call you back saying ਲੱਭ ਦਾਂਗੇ, ਵਰੀ ਨਾ ਕਰ। ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ, ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ ਕਿਵੇਂ ਕਰੀਏ, then suddenly ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ। This is Harjinder Gill from Remax Gold Realty. You got it right. Just call him and you are sorted. Location, property, budget, market search, everything Harjinder Gill ਤੇ ਛੱਡ ਦਵੋ। ਤੁਸੀਂ ਬਸ ਮਠਿਆਈ ਦਾ ਡੱਬਾ ਤਿਆਰ ਕਰੋ। Harjinder Gill 647 400 6862 or visit teamharjindergill.com, helping you to fulfill your real estate plans। ਜੀ ਦੋਸਤੋ, ਇਸ ਵੇਲੇ ਸਮਾਂ 4:49 ਤੇ ਮੇਰੇ ਨਾਲ ਕੁਝ ਕਾਲਰ ਨੇ। ਆਪਾਂ ਥੋੜੇ ਪੁਆਇੰਟ ਸੀ ਉਹਨਾਂ ਤੇ ਡਿਸਕਸ ਕਰਾਂਗੇ। ਹਾਂਜੀ, ਤੁਸੀਂ ਔਨ ਦੀ ਏਅਰ ਹੋ ਜੀ। ਨੰਬਰ ਤੁਹਾਡਾ 5229। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਸਰ? ਬਹੁਤ ਵਧੀਆ ਸਰ, ਥੈਂਕ ਯੂ ਜੀ। ਜੀ ਉਹ ਨਹੀਂ, ਮੈਂ ਇਹ ਕਹਿ ਰਿਹਾ ਸੀ ਕਿ ਤੁਸੀਂ ਬਹੁਤ ਹਲੀਮੀ ਤੇ ਉਹਨਾਂ ਦੀ ਭਾਟੀਆ ਸਾਹਿਬ ਦੀ ਹੈਗੀ ਹੈ, ਤੁਹਾਡੀ ਵੀ ਬੜੀ ਹਲੀਮੀ ਹੈ। ਜਦੋਂ ਤੁਸੀਂ ਬਹੁਤ ਪੁੱਛਦੇ ਹੋ ਕਿ ਅਸੀਂ ਕਿਸੇ ਦਾ ਗਲਤ ਨਹੀਂ ਕਰ ਸਕੇ, ਅਸੀਂ ਕੁਝ ਗਲਤ ਨਹੀਂ ਕਿਹਾ, ਕੋਈ ਵੀ ਰੇਡੀਓ ਹੋਸਟ ਏਦਾਂ ਨਹੀਂ ਕਹਿੰਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਪੈਨਲਿਸਟ ਤੁਹਾਡੇ ਬਹੁਤ ਵਧੀਆ ਨੇ, ਤੁਹਾਡੇ ਆਪ ਦੇ ਵਿਚਾਰ ਬੜੇ ਵਧੀਆ ਨੇ, ਭਾਟੀਆ ਸਾਹਿਬ ਨੇ ਬੜਾ ਅੱਛਾ ਰਿਪਰੈਜ਼ੈਂਟ ਕੀਤਾ ਹੈਗਾ। ਮੈਂ ਤਾਂ ਸਿਰਫ ਵਧਾਈ ਦੇਣਾ ਚਾਹੁੰਦਾ ਕਿ ਜੇ ਸਾਡੇ ਰੇਡੀਓ ਹੋਸਟ ਇੰਨੇ ਹੰਬਲ ਔਰ ਇੰਨੇ ਪ੍ਰੈਜ਼ੈਂਟੇਬਲ ਹੈ ਤਾਂ ਫਿਰ ਤਾਂ ਸਭ ਕੁਝ ਅਸੀਂ ਬਹੁਤ ਵਧੀਆ ਜਿੱਤ ਲਾਂਗੇ। ਸ਼ੁਕਰੀਆ ਸਰ, ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ ਸਰ, ਸ਼ੁਕਰੀਆ ਜੀ, ਸ਼ੁਕਰੀਆ। ਹਾਂਜੀ, ਨੈਕਸਟ ਕਾਲਰ 3303। ਹੈਲੋ, ਹਾਂਜੀ ਤੁਸੀਂ ਆਨ ਦੀ ਏਅਰ ਹੋ ਜੀ। ਹਾਂਜੀ, ਅਸੀਂ ਤੁਹਾਡਾ ਨੰਬਰ ਲੈਣਾ। ਹਾਂਜੀ, ਤੁਹਾਡਾ ਨੰਬਰ ਲੈਣਾ ਜਿਹੜਾ ਬਾਅਦ ਚ ਮੇਰੇ ਨਾਲ ਗੱਲ ਕਰਨ ਲਈ। ਹਾਂਜੀ, 647 400 6862 647 400 6862। ਥੈਂਕ ਯੂ ਸੋ ਮਚ। ਹਾਂਜੀ, 647 400 6862। ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਤੇ ਦੋਸਤੋ, ਹੁਣ ਅਸੀਂ ਹੋਰ ਕਾਲਸ ਨਹੀਂ ਲੈ ਸਕਾਂਗੇ ਤੇ ਅਰੋੜਾ ਸਾਹਿਬ, ਵੈਸੇ ਤਾਂ ਆਪਾਂ ਗੱਲਬਾਤ ਵਾਈਂਡ ਅਪ ਕਰ ਦਿੱਤੀ ਹੈ, ਪਰ ਜਿਹੜੀ ਬਾਈ ਜੀ ਹੋਰਾਂ ਨੇ ਵੀ ਚਲੋ ਧੰਨਵਾਦੀ ਹਾਂ ਅਸੀਂ ਉਹਨਾਂ ਦੇ ਵੀ। ਵੈਸੇ ਤਾਂ ਚਲੋ ਅਸੀਂ ਆਪਣੀ ਜੋ ਡਿਊਟੀ ਹੈ ਉਹੀ ਨਿਭਾਈ ਹੈ, ਕੁਝ ਵੱਖਰਾ ਨਹੀਂ ਕੀਤਾ, ਪਰ ਜੇ ਉਹਨਾਂ ਨੇ ਰੈਕਗਨਾਈਜ਼ ਕੀਤਾ ਉਹਦੇ ਲਈ ਵੀ ਧੰਨਵਾਦ। ਬਿਲਕੁਲ ਧੰਨਵਾਦ ਹੋਣਾ ਚਾਹੀਦਾ ਕਿ ਗੱਲ ਕਹਿਣ ਦਾ ਤਰੀਕਾ ਚੰਗਾ ਤਰੀਕਾ ਹੋਵੇ ਤੇ ਲੋਕ ਉਸ ਨੂੰ ਰੈਕਗਨਾਈਜ਼ ਕਰਨ, ਪਸੰਦ ਕਰਨ। ਸਵਾਲ ਤਾਂ ਸਾਰੇ ਪੁੱਛਦੇ ਨੇ ਜੀ, ਸਵਾਲ ਪੁੱਛਣ ਦਾ ਤਰੀਕਾ ਵੀ ਤਾਂ ਸਹੀ ਹੋਣਾ ਚਾਹੀਦਾ, ਗੱਲ ਕਹਿਣ ਦਾ ਵੀ ਤਰੀਕਾ ਤੁਹਾਡੇ ਕੋਲ ਹੈਗਾ, ਉਸ ਗੱਲ ਨੂੰ ਤੁਹਾਡੀ ਪਸੰਦ ਕੀਤਾ ਜਾਂਦਾ ਹੈ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਜੀ ਉਹਨਾਂ ਦੋਸਤਾਂ ਜੋ ਪਸੰਦ ਕਰ ਰਹੇ ਨੇ ਜੀ। ਸੋ ਦੋਸਤੋ, ਇਹ ਸਾਡੀ ਜਿਹੜੀ ਗੱਲਬਾਤ ਹੈ ਔਰ ਅਸੀਂ ਹਮੇਸ਼ਾ ਇਹੀ ਗੱਲ ਦਾ ਖਿਆਲ ਰੱਖਣ ਦੀ ਵੀ ਕੋਸ਼ਿਸ਼ ਕਰਦੇ ਰਹੇ ਹਾਂ ਕਿ ਚਾਹੇ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਹੋਵੇ, ਚਾਹੇ ਪਰਸਨਲ ਤੌਰ ਦੇ ਉੱਤੇ, ਚਾਹੇ ਸਮਾਜਿਕ ਤੌਰ ਦੇ ਉੱਤੇ ਜਿਹੜੀਆਂ ਕੋਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੇ ਚੱਲਦੀਆਂ, ਸਾਡੀ ਅਪਰੋਚ ਜਿਹੜੀ ਹੈ ਅਕਸਰ ਆਪਾਂ ਅਰੋੜਾ ਸਾਹਿਬ ਆਪਾਂ ਆਫ ਦੀ ਏਅਰ ਵੀ ਗੱਲ ਕਰਦੇ ਸੀ। ਅੱਜ ਕਾਫੀ ਦੇਰ ਇਕੱਠੇ ਰਹਿਣ ਦਾ ਮੌਕਾ ਮਿਲਿਆ ਆਪਾਂ ਨੂੰ, ਇਕੱਠੇ ਹੀ ਅਸੀਂ ਕਿਚਨਰ ਤੋਂ ਆ ਰਹੇ ਸੀ। ਅੱਜ ਆਪਾਂ ਇਹੀ ਗੱਲ ਕਰਦੇ ਵੀ ਕਈ ਵਾਰ ਅਸੀਂ ਜਜਮੈਂਟਲ ਬਹੁਤ ਛੇਤੀ ਹੁੰਦੇ ਹਾਂ, ਔਰ ਜਿਹੜੀ ਗੱਲ ਹੁਣ ਵੀ ਮੈਂ ਕੀਤੀ ਸੀ ਕਿ ਅਸੀਂ ਭਾਟੀਆ ਸਾਹਿਬ ਦੇ ਪੁਆਇੰਟ ਆਫ ਵਿਊ ਤੋਂ ਜਿਹੜੀ ਗੱਲ ਹੈ ਉਹਨਾਂ ਨੇ ਆਪਣੀ ਰੱਖ ਦਿੱਤੀ। ਔਰ ਅਗੇਨ ਮੈਂ ਉਹੀ ਗੱਲ ਕਰਦਾ ਕਿ CIF ਦੇ ਲੈਵਲ 'ਤੇ, ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਲੈਵਲ 'ਤੇ ਜੇ ਅਸੀਂ ਉਹਨਾਂ ਦੇ ਨੁਮਾਇੰਦੇ ਨਾਲ ਮਿਲਾਂਗੇ, ਸ਼ਾਇਦ ਉਹਨਾਂ ਦੇ ਪਰਸਪੈਕਟਿਵ ਨੂੰ ਜਦੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਅਫਕੋਰਸ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਨਾ ਕੋਈ ਹਿਡਨ ਏਜੰਡਾ ਕਿਸੇ ਦਾ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ, ਉਹ ਅਸੀਂ ਇੱਕਦਮ ਕਿਸੇ ਦੇ ਢਿੱਡ 'ਚ ਵੜ ਕੇ ਦੇਖਣਾ ਨਹੀਂ ਹੈ। ਉਹ ਅਜ਼ੰਪਸ਼ਨਸ ਹੁੰਦੀਆਂ ਨੇ ਜਾਂ ਫਿਰ ਜਿਹੜੇ ਟਰੈਕ ਰੈਕਡ ਨੂੰ ਬੇਸ ਬਣਾ ਕੇ, ਜਿਵੇਂ ਬਲ ਸਾਹਿਬ ਨੇ ਜ਼ਿਕਰ ਕੀਤਾ ਸੀ ਕਿ ਉਹਨਾਂ ਨੂੰ ਬੇਸ ਬਣਾਉਂਦੇ ਹੋਏ ਉਹਨਾਂ ਦੀਆਂ ਸਟੇਟਮੈਂਟਸ ਜਾਂ ਕਿਸੇ ਨੇ ਕੀ ਕਿਹਾ ਕੀ ਨਹੀਂ, ਉਹਨੂੰ ਇੱਕ ਰੈਫਰੈਂਸ ਲੈ ਕੇ ਜਿਹੜਾ ਡਿਸੀਜ਼ਨ ਬਣਾਇਆ ਜਾਂਦਾ। ਬਟ ਜੇ ਆਪਾਂ ਕਿਸੇ ਹੋਰ ਨੂੰ, ਜਦੋਂ ਉਸੇ ਸੰਸਥਾ ਨਾਲ ਜੁੜੇ ਹੋਏ ਕਿਸੇ ਸ਼ਖਸ ਨੂੰ ਜਦੋਂ ਸੁਣਾਂਗੇ ਤਾਂ ਸ਼ਾਇਦ ਉਹਨਾਂ ਦਾ ਐਂਗਲ, ਉਹਨਾਂ ਦਾ ਪਰਸਪੈਕਟਿਵ ਕੁਛ ਹੋਰ ਹੋਵੇ। ਔਰ ਇਹਦੇ ਲਈ ਅਸੀਂ ਖੁੱਲ੍ਹਾ ਸੱਦਾ ਵੀ ਦਿੰਦੇ ਦੁਬਾਰਾ ਫਿਰ, ਜਿੱਥੇ ਅੱਜ ਵੀ ਅਸੀਂ ਸਤੀਸ਼ ਤੱਕੜ ਸਾਹਿਬ ਨਾਲ ਵੀ ਗੱਲ ਕਰਨੀ ਚਾਹੀ ਸੀ, ਉਹਨਾਂ ਨੂੰ ਵੀ ਮੈਨੂੰ ਇਨਵਾਈਟ ਕਰ ਰਿਹਾ ਸੀ ਕਿ ਜੇਕਰ ਉਹ ਆਉਣਾ ਚਾਹਣ, ਪਰ ਉਹਨਾਂ ਦਾ ਆਈ ਗੈਸ ਇਹ ਵੀ ਇੱਕ ਰਾਈਟ ਡਿਸੀਜ਼ਨ ਹੀ ਮੰਨਿਆ ਜਾਣਾ ਚਾਹੀਦਾ ਕਿ ਉਹਨਾਂ ਨੇ ਕਿਹਾ ਕਿ ਹਾਲ ਦੀ ਘੜੀ ਸਾਡੀ ਪ੍ਰੈਸ ਰਿਲੀਜ਼ ਨੂੰ ਹੀ ਰੈਫਰੈਂਸ ਮੰਨਿਆ ਜਾਵੇ,
ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਖੇਦ ਪ੍ਰਗਟਾਇਆ ਕਿ ਉਹਨਾਂ ਨੂੰ ਦੁੱਖ ਹੈ, ਰਿਗਰੈਟ ਹੈ ਇਸ ਗੱਲ ਦਾ ਕਿ ਨੈਬ ਭਾਟੀਆ ਸਾਹਿਬ ਨੇ ਵਾਪਸ ਕੀਤਾ। ਬਾਕੀ ਜਿਹੜੀ ਉਹਦੀ ਵਰਡਿੰਗ ਹੈ ਜਾਂ ਫਿਰ ਉਹਦੀ ਇੰਟੈਂਸ਼ਨ ਹੈ, ਆਪਾਂ ਉਹਨੂੰ ਸ਼ਾਇਦ ਜੇ ਇਸ ਵੇਲੇ ਬੈਠ ਕੇ ਕੋਈ ਬਹੁਤੀ ਜੱਜਮੈਂਟ ਨਹੀਂ ਦੇ ਸਕਦੇ, ਪਰ ਇੱਕ ਡਾਇਲੋਗ ਜਿਹੜਾ ਹੈ, ਇੱਕ ਓਪਨ ਜਿਹੜਾ ਪਲੇਟਫਾਰਮ ਹੈ ਸਾਡਾ ਆਲਵੇਜ਼ ਉਹਨਾਂ ਲਈ ਵੀ, ਜੇਕਰ ਕੋਈ ਤੁਸੀਂ ਆਪਣੇ ਹੋਰ ਵੀ ਵਿਚਾਰ ਦੇਣੇ ਚਾਹਣ ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਬਿਹਾਫ 'ਤੇ ਵੀ ਕੋਈ ਗੱਲ ਕਰਨਾ ਚਾਹੇ ਤਾਂ 6474006862 647 400 6862 'ਤੇ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਜੀ ਹਰਜਿੰਦਰ ਜੀ, ਡਿਸਐਗਰੀਮੈਂਟਸ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਡਿਸਐਗਰੀਮੈਂਟਸ ਨੂੰ ਕਿਵੇਂ ਤੁਸੀਂ ਹੈਂਡਲ ਕਰਦੇ ਹੋ, ਕਿਸ ਤਰੀਕੇ ਨਾਲ ਹੈਂਡਲ ਕਰਦੇ ਹੋ? ਜਿਸ ਤਰ੍ਹਾਂ ਕਿ ਬਾਲ ਸਾਹਿਬ ਨੇ ਕੀ ਜੋ ਲੌਜਿਕ ਨਾਲ, ਤਰਕ ਨਾਲ, ਮੈਨੂੰ ਬਾਲ ਸਾਹਿਬ ਦੀ ਇਹ ਗੱਲ ਬਹੁਤ ਚੰਗੀ ਲੱਗਦੀ ਹੈ, ਜਦੋਂ ਵੀ ਗੱਲ ਕਰਦੇ ਬੜੇ ਤਰਕ ਵਾਲੀ ਗੱਲ ਕਰਦੇ। ਸੋ ਤਰਕ ਨਾਲ ਜਦੋਂ ਗੱਲ ਕੀਤੀ ਜਾਵੇ ਤਾਂ ਬੜੀ ਚੰਗੀ ਲੱਗੇਗੀ। ਹੋ ਸਕਦਾ ਹੈ CIF ਤੇ ਕੋਈ ਆਪਣਾ ਏਜੰਡਾ ਹੋਵੇ, ਹੋ ਸਕਦਾ ਉਹਨਾਂ ਦਾ ਆਪਣਾ ਇੱਕ ਨਜ਼ਰੀਆ ਹੋਵੇ ਜਿਸ ਨੂੰ ਅਸੀਂ ਨਹੀਂ ਜਾਣਦੇ। ਸੋ ਗੁੱਡ ਲੱਕ ਟੂ ਦੈਮ, ਗੁੱਡ ਲੱਕ ਫॉर देयर ਏਜੰਡਾ, ਜੋ ਵੀ ਉਹਨਾਂ ਦਾ ਏਜੰਡਾ ਹੈ। ਪਰ ਹਾਂ, ਮੈਂ ਇਸ ਗੱਲ ਦੀ ਹਮੇਸ਼ਾ ਹਾਮੀ ਰਹਾਂਗਾ ਕਿ ਡਿਫਰੈਂਸ ਆਫ ਓਪੀਨੀਅਨ ਹੋਵੇ ਤਾਂ ਅਸੀਂ ਬਦਤਮੀਜ਼ੀ ਜਾਂ ਬਦ ਕਲਾਮੀ ਨਾ ਕਰੀਏ, ਭਾਵੇਂ ਉਹ ਭਾਟੀਆ ਸਾਹਿਬ ਦੇ ਬਾਬਤ ਸੀ, ਕਿਉਂਕਿ ਉਹਨਾਂ ਦੇ ਬਾਰੇ ਜੋ ਸ਼ਬਦਾਵਲੀ ਵਰਤੀ ਗਈ ਉਹ ਵੀ ਭੈੜੀ ਸ਼ਬਦਾਵਲੀ, ਉਹ ਵੀ ਗਲਤ ਹੈ, ਤੇ ਚਾਹੇ ਉਹ CIF ਦੇ ਖਿਲਾਫ ਵਰਤੀ ਜਾ ਰਹੀ ਹੈ ਉਹ ਵੀ ਗਲਤ ਹੈ। ਮੈਂ ਉਹਨਾਂ ਦੇ ਵਿਚਾਰਾਂ ਨੂੰ ਸਹੀ ਨਹੀਂ ਮੰਨਦਾ, ਪਰ ਭੈੜੀ ਸ਼ਬਦਾਵਲੀ ਨੂੰ ਵੀ ਮੈਂ ਸਹੀ ਨਹੀਂ ਮੰਨਦਾ। ਸਾਨੂੰ ਸ਼ਬਦਾਵਲੀ ਦੇ ਉੱਤੇ ਸ਼ਬਦਾਂ ਦਾ ਸੰਕੋਚ ਕਰਕੇ ਵਰਤਣਾ ਚਾਹੀਦਾ ਕਿ ਕੀ ਅਸੀਂ ਗੱਲ ਕਹਿ ਰਹੇ ਹਾਂ। ਰਾਈਟ। ਸੋ ਦੋਸਤੋ, ਹੁਣ ਅਸੀਂ ਆਲਮੋਸਟ ਸਾਡੇ ਪ੍ਰੋਗਰਾਮ 'ਚ ਸਿਰਫ 3 ਮਿੰਟ ਦਾ ਸਮਾਂ ਬਾਕੀ ਰਹਿ ਗਿਆ। ਸੋ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਚਾਹਾਂਗਾ ਅਰੋੜਾ ਸਾਹਿਬ ਤੁਸੀਂ ਆਪਣਾ ਪਰਸਨਲ ਨੰਬਰ ਵੀ ਜ਼ਰੂਰ ਸਾਂਝਾ ਕਰੋ, ਜੇਕਰ ਸਾਡਾ ਕੋਈ ਸਰੋਤਾ ਤੁਹਾਡੇ ਨਾਲ ਗੱਲ ਕਰਨੀ ਚਾਹੇ ਰੀਅਲ ਸਟੇਟ ਨਾਲ ਰਿਲੇਟਡ ਜਾਂ ਫਿਰ ਕਿਸੇ ਹੋਰ ਟੌਪਿਕ ਦੇ ਉੱਪਰ, ਜਾਂ ਫਿਰ ਜਿਹੜੀਆਂ ਆਪਣੀਆਂ ਆਪਾਂ ਗੱਲ ਕਰਦੇ ਹੁੰਦੇ ਕਿ ਮਾਰਕੀਟਿੰਗ ਪੁਆਇੰਟ ਆਫ ਵਿਊ ਤੋਂ ਕਿਸ ਤਰ੍ਹਾਂ ਦੀ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ ਅਗਲਾ ਸਾਲ 2021। ਹੋ ਸਕਦਾ ਕਿ ਤੁਸੀਂ ਕੋਈ ਨਾ ਕੋਈ ਇੱਦਾਂ ਦਾ ਟਿਪ ਦੇ ਦਿਓ ਜੀ, ਜ਼ਰੂਰ, ਕਿ ਵਾਰੇ ਨਿਆਰੇ ਹੋ ਜਾਣ ਕਿਸੇ ਦੀ। ਜ਼ਰੂਰ ਜੀ, ਮੈਂ ਆਪਣਾ ਨੰਬਰ ਦੇ ਦਿੰਦਾ ਜੀ। ਜੋ ਵੀ ਕੋਈ ਸੱਜਣ ਮੇਰੇ ਨਾਲ ਗੱਲ ਕਰਨਾ ਚਾਹਣ ਪ੍ਰੋਗਰਾਮ ਤੋਂ ਬਾਅਦ, ਮੇਰਾ ਨੰਬਰ ਹੈ ਜੀ 416 532 3737 416 532 3737 ਮੇਰਾ ਨੰਬਰ ਹੈ ਜੀ। ਸਰ ਬਹੁਤ ਸ਼ੁਕਰੀਆ ਜੀ। ਤੇ ਅੱਜ ਫਿਰ ਇੱਕ ਵਾਰੀ ਹਰਸਿਮਰਨ ਆਪਾਂ ਤੁਹਾਡਾ ਵੀ ਜਿੱਥੇ ਧੰਨਵਾਦ, ਉੱਥੇ ਨਾਲ ਦੁਬਾਰਾ ਸਾਡੇ ਕਾਫੀ ਸਾਰੇ ਸਪਾਂਸਰਸ ਦੇ ਮੈਸੇਜ ਅੱਜ ਫਿਰ ਰਹਿ ਗਏ ਨੇ ਜੀ। ਅਗੇਨ ਮਾਫੀ ਹੈ, ਪਰ ਡੈਫੀਨਿਟਲੀ ਅਸੀਂ ਕੱਲ ਨੂੰ ਦੁਬਾਰਾ ਜਦੋਂ ਜੁੜਾਂਗੇ ਤਾਂ ਕੋਸ਼ਿਸ਼ ਹੋਣੀ ਹੈ ਕਿ ਅੱਛਾ ਇੱਕ ਚੀਜ਼ ਹੋਰ ਹੈ, ਮੈਨੂੰ ਕੱਲ ਵੀ ਸਾਡੇ ਬਾਈ ਜੀ ਹੋਰਾਂ ਨੇ ਇੱਕ ਫੀਡਬੈਕ ਦਿੱਤਾ ਸੀ, ਯਾਰ ਕਹਿੰਦੇ ਕਈ ਵਾਰੀ ਜਦੋਂ ਤੁਸੀਂ ਲਾਈਵ ਔਨ ਲੋਕੇਸ਼ਨ ਹੁੰਦੇ ਆ ਤਾਂ ਉਦੋਂ ਜ਼ਿਆਦਾ ਨਹੀਂ ਐਡ ਕਰਦੇ ਕੁਛ। ਤੇ ਮੈਂ ਕਿਹਾ ਜੀ ਇੰਨਾ ਕੁ ਸਾਨੂੰ ਮੌਕਾ ਦੇ ਦਿਆ ਕਰੋ। ਅੱਜ ਹੁਣ ਤੁਸੀਂ ਦੇਖ ਲਓ ਵੀ ਆਪਾਂ 3:35 ਤੇ ਗੱਲਬਾਤ ਸ਼ੁਰੂ ਕੀਤੀ ਸੀ, 4:55 ਹੋ ਗਏ ਆ। ਸਿਰਫ ਅਸੀਂ ਇੱਕ ID ਦੇ ਰੂਪ ਦੇ ਵਿੱਚ 2 ਜਾਂ 3 ਮੈਸੇਜ ਸਾਂਝੇ ਕੀਤੇ ਆ, ਬਾਕੀ ਅਸੀਂ ਨਾਨ ਕਮਰਸ਼ੀਅਲ ਬਿਨਾਂ ਕਿਸੇ ਮੈਸੇਜ ਦੇ। ਔਰ ਧੰਨਵਾਦ ਕਰਦੇ ਹਾਂ ਸਾਡੇ ਉਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਸਾਡੀ ਇਸ ਗੱਲਬਾਤ ਨੂੰ ਅੰਡਰਸਟੈਂਡ ਕਰਦੇ ਆ। ਸੋ ਜੇ ਅਸੀਂ 1 ਜਾਂ 2 ਘੰਟੇ ਜਾਂ 2.5 ਘੰਟੇ ਜੇਕਰ ਅਸੀਂ ਕਿਸੇ ਕੰਟੈਂਟ ਦੇ ਉੱਤੇ ਲਾਉਣ ਲਈ ਸਾਨੂੰ ਅਲਾਓ ਕਰਦੇ ਹੋ ਤਾਂ ਇੰਨੀ ਕੁ ਬੇਨਤੀ ਸਾਡੀ ਹੋਣੀ ਹੈ ਕਿ ਜੇ ਕਿਤੇ ਘੰਟਾ ਇੱਕ ਅਸੀਂ ਲਗਾਤਾਰ ਸਪਾਂਸਰਸ ਤੇ ਵੀ ਲਾਤਾ, ਉਹਨੂੰ ਵੀ ਕਬੂਲ ਕੀਤਾ ਜਾਵੇ ਜੀ। ਬਹੁਤ ਮਿਹਰਬਾਨੀ ਜੀ। ਸੋ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਵਾਈਂਡ ਅਪ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਗੱਲ ਕਰਨ ਦੇ ਲਈ 647 400 6862 647 400 6862 ਇਸ ਨੰਬਰ ਤੇ ਕੰਟੈਕਟ ਕੀਤਾ ਜਾ ਸਕਦਾ। ਸਾਡੇ ਪ੍ਰੋਗਰਾਮ ਨਾਲ ਸੰਬੰਧਿਤ ਕੋਈ ਗੱਲਬਾਤ ਕਰਨੀ ਜਾਂ ਸਾਡੇ ਕਿਸੇ ਸਪਾਂਸਰਸ ਦੇ ਕੋਈ ਕੰਟੈਕਟ ਇਨਫੋਰਮੇਸ਼ਨ ਚਾਹੀਦੀ ਹੋਣ ਤਾਂ ਤੁਸੀਂ ਐਨੀ ਟਾਈਮ ਸਾਡੀ ਟੀਮ ਦੇ ਨਾਲ ਗੱਲ ਕਰਕੇ ਵਧੇਰੇ ਇਨਫੋਰਮੇਸ਼ਨ ਲੈ ਸਕੋਗੇ। ਸੋ ਅੱਜ ਦੇ ਪ੍ਰੋਗਰਾਮ 'ਚ ਹੁਣ ਅਸੀਂ ਇੱਥੇ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਔਰ ਜਿਹੜੀ ਸਾਡੀ ਅੱਜ ਦੀ ਗੱਲਬਾਤ ਹੈ ਉਹਨੂੰ ਸਾਡੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਹਰਜਿੰਦਰ ਗਿੱਲ ਸ਼ੋ ਜਾਂ ਜੀ ਮੀਡੀਆ ਗਰੁੱਪ ਦੇ ਸਾਡੇ YouTube ਚੈਨਲ ਦੇ ਉੱਪਰ ਵੀ ਅਸੀਂ ਸਾਂਝਾ ਕਰ ਦੇਣਾ। ਉੱਥੇ ਜਾ ਕੇ ਵੀ ਤੁਸੀਂ ਇਹ ਸਾਰੀ ਗੱਲਬਾਤ ਸੁਣ ਸਕੋਗੇ। ਔਰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਯੂ ਕੈਨ ਕਾਲ ਅਸ ਐਨੀ ਟਾਈਮ 647 400 6862। इश्तिहार है तब व्यापार है। अपना बिजनेस प्रमोट करने लिए संपर्क करो 647 400 6862 647 400 6862 जी मीडिया ग्रुप। For all our latest updates, please subscribe G Media Group YouTube channel and press the bell icon.